ਇਲੈਕਟ੍ਰੋ ਹੋਮੋਪੈਥੀ ਅੱਜ ਤੋਂ 150 ਸਾਲ ਪਹਿਲੇ 1865 ਈਸਵੀ ਦੇ ਵਿੱਚ ਮਹਾਤਮਾ ਮੈਟੀ ਜੀ ਨੇ ਸ਼ੁਰੂ ਕੀਤੇ ਸੀ, ਜਿਨ੍ਹਾਂ ਨੂੰ ਉਸ ਤੋਂ ਬਾਅਦ ਕਾਊਂਟ ਸੀਜ਼ਰ ਮੈਟੀ ਦੀ ਉਪਾਧੀ ਵੀ ਦਿੱਤੀ ਗਈ ਹੈ। ਹੋਮੋਪੈਥੀ ਹੈ ਜਾਂ ਹੋਰ ਯੂਨਾਨੀ ਐਟਸੈਟਰਾ। ਇਹ ਮੈਮ ਇਹਨਾਂ 'ਚ ਸਿਰਫ ਇੱਕ ਹੀ ਚੀਜ਼ ਕਾਮਨ ਹੈ ਕਿ ਇਹ ਵੀ ਹਰਬਲ ਔਰ ਇਹ ਵੀ ਪਲਾਂਟਸ ਯੂਜ਼ ਕਰਦੇ ਆ, ਅਸੀਂ ਵੀ ਪਲਾਂਟਸ ਜਾਂ ਸ਼ਰਬਸ ਯੂਜ਼ ਕਰਦੇ ਹਾਂ। ਤੁਸੀਂ ਦੇਖ ਰਹੇ ਹੋ ਜਿਵੇਂ ਇਹ ਸਾਡੇ ਕੁਝ ਪਲਾਂਟਸ ਆ ਜਿਨ੍ਹਾਂ ਨੂੰ ਅਸੀਂ ਯੂਜ਼ ਕਰਦੇ ਹਾਂ। ਮੈਮ ਇਹੋ ਜਿਹੇ ਲਗਭਗ 114 ਪਲਾਂਟਸ ਡਾਕਟਰ ਮੈਥੀ ਜੀ ਨੇ ਸ਼ਾਰਟ ਲਿਸਟ ਕੀਤੇ ਆ, ਜਿਨ੍ਹਾਂ ਤੋਂ ਅਸੀਂ ਫਰਦਰ 38 ਰੈਮਡੀਜ਼ ਬਣਾ ਰਹੇ। ਤੇ ਮਤਲਬ ਇਹ ਜਿਹੜੀ ਰੈਮਡੀਜ਼ ਜਿਹੜੀਆਂ ਹੈਗੀਆਂ ਨੇ ਇਹ ਪਲਾਂਟਸ ਤੋਂ ਬਣਦੀਆਂ ਨੇ, ਜਿਹੜੀ ਤੁਸੀਂ ਪ੍ਰੋਸੈਸ ਦੇ ਵਿੱਚ ਲੈ ਕੇ ਆਉਂਦੇ ਹੋ। ਐਗਜ਼ੈਕਟਲੀ ਜੀ। In electropathy case, in electrohomopathy case, we use only vegetable plants. और ये ਜਿਹੜੇ ਵੈਜੀਟੇਬਲ ਪਲਾਂਟਸ ਹੈ ਮੈਮ ਇਹਨਾਂ ਦੀ ਗਿਣਤੀ ਵੀ ਬੜੀ ਘੱਟ ਹੈ, ਸਿਰਫ ਮੈਂ ਜਿਵੇਂ ਦੱਸਿਆ 114 ਹੈ। ਇੱਕ ਇਹ ਵੀ ਦੇਖ ਲੈਣਗੇ ਸਾਡੇ ਦਰਸ਼ਕਾਂ ਨੂੰ ਕਿ ਇਸ ਚੀਜ਼ ਦੀ ਵੀ ਕਨਫਿਊਜ਼ਨ ਨਾ ਹੋਵੇ ਕਿ ਕਈ ਹੁੰਦੀਆਂ ਨਾ ਬਿਮਾਰੀਆਂ ਹੁੰਦੀਆਂ ਨੇ, ਦਵਾਈ ਲੈਂਦੇ ਨੇ ਉਹਨਾਂ ਨੂੰ ਕਾਰਗਰ ਨਹੀਂ ਹੁੰਦੀ, ਤਾਂ ਇਸ ਚੀਜ਼ ਦਾ ਸਾਈਡ ਇਫੈਕਟ ਹੋ ਸਕਦਾ ਹੈ ਕਿ ਨਹੀਂ? ਖੁਸ਼ੀ ਇਸ ਤਰ੍ਹਾਂ ਹੋ ਰਹੀ ਹੈ ਕਿ ਸਾਡੀ ਇਸ ਟ੍ਰੀਟਮੈਂਟ ਦੇ ਵਿੱਚ, ਇਸ ਇਲੈਕਟ੍ਰੋ ਹੋਮੋਪੈਥੀ ਦੇ ਵਿੱਚ ਤੁਹਾਨੂੰ ਸਾਈਡ ਇਫੈਕਟਸ ਨਾਮ ਦੀ ਕੋਈ ਚੀਜ਼ ਨਹੀਂ ਮਿਲਦੀ। You can say that it is absolutely zero side effects you will find in these drugs. ਤੁਹਾਡਾ ਇੱਕ ਬਰਤਨ ਖਾਲੀ ਹੈ, ਉਹਦੇ ਵਿੱਚ ਤੁਸੀਂ ਉਹਨੂੰ ਭਰ ਦਿੱਤਾ, ਠੀਕ ਹੈ ਨਾ, ਬਟ ਇਨ ਦਿਸ ਕੇਸ ਉਹ ਆਪਾਂ ਭਰਨ ਦੀ ਗੱਲ ਨਹੀਂ ਕਰਦੇ, ਅਸੀਂ ਤੁਹਾਡੀ ਬੋਡੀ ਨੂੰ ਲਾਉਂਦੇ ਹਾਂ ਕਿ ਉਹ ਆਪਦਾ ਕੰਮ ਕਾਰਗਰ ਤਰੀਕੇ ਨਾਲ ਕਰੇ। ਅਤੇ ਜਿਹੜੀ ਡੈਪਰੀਵਿਟੀ ਆ ਰਹੀ ਹੈ ਮੈਟਾਬੋਲਿਜ਼ਮ ਦੇ ਵਿੱਚ, ਜਿਹਦੀ ਵਜ੍ਹਾ ਕਰਕੇ ਤੁਹਾਡੇ ਵਿਟਾਮਿਨਸ ਨਹੀਂ ਕ੍ਰੀਏਟ ਹੋ ਰਹੇ, ਬਣ ਨਹੀਂ ਰਹੇ, ਉਹ ਕ੍ਰੀਏਟ ਕੀਤੇ ਜਾਣ ਥਰੂ ਯੂਰ ਬੋਡੀ ਇਟਸੈਲਫ। ਮੈਮ ਪ੍ਰੋਟੋਕੋਲ ਦੇ ਅਕੋਰਡਿੰਗਲੀ ਮੈਮ ਐਲੋਪੈਥੀ ਦੇ ਵਿੱਚ ਇਹਦਾ ਇਲਾਜ ਸਿਰਫ ਪਿੱਤਾ ਰਿਮੂਵਲ ਹੈ, ਉਹ ਪਿੱਤਾ ਕੱਢ ਦਿੰਦੇ। ਬਟ ਸਾਡੀ ਪੈਥੀ ਦੇ ਵਿੱਚ ਮੈਮ ਐਗਜ਼ੈਕਟਲੀ ਅਸੀਂ ਪੱਥਰੀ ਹੀ ਕੱਢਦੇ। ਐਕਚੁਅਲੀ ਜਿਵੇਂ ਹੁਣ ਆਪਾਂ ਕੈਟਰੈਕਟ ਦੀ ਗੱਲ ਕਰਦੇ ਹਾਂ, ਅਤੇ ਕੈਟਰੈਕਟ ਮੈਮ ਜੇ ਬਿਫੋਰ ਹੈਂਡ ਸਾਨੂੰ ਪਤਾ ਲੱਗ ਜਾਂਦਾ ਵੀ ਕੈਟਰੈਕਟ ਆ ਰਿਹਾ ਜਾਂ ਹਲੇ ਉਹ ਬੜੀ ਇਨੀਸ਼ੀਅਲ ਸਟੇਜ 'ਤੇ ਹੁੰਦਾ, ਅਤੇ ਵੀ ਕੈਨ ਗੈਟ ਇਟ ਰੈਕਟੀਫਾਈਡ। ਬਹੁਤ ਸਾਰੇ ਸਾਲ ਆਪਾਂ ਲੰਘਾ ਸਕਦੇ ਹਾਂ ਬਿਨਾਂ ਕੈਟਰੈਕਟ ਆਏ। ਇਸੇ ਤਰ੍ਹਾਂ ਮੈਮ ਗਲੋਕੋਮਾ ਦਾ ਦੇਖੋ ਆਪਰੇਸ਼ਨ ਹੀ ਮੁੜ ਕੇ ਹੱਲ ਹੁੰਦਾ ਹੈ ਆਫਟਰ ਮੈਡੀਕੇਸ਼ਨ। ਤਾਂ ਸਾਡੀ ਪੈਥੀ ਦੇ ਵਿੱਚ ਮੈਮ ਈਵਨ ਉਹਦਾ ਵੀ ਬੜਾ ਸਕਸ਼ਮ ਟ੍ਰੀਟਮੈਂਟ ਹੈਗਾ। ਇੰਡੀਆ ਪੰਜਾਬ ਇਕੱਲਾ ਹੀ ਨਹੀਂ, ਬਹੁਤ ਸਾਰੀਆਂ ਕਿ ਲਗਭਗ ਸਾਰੀਆਂ ਸਟੇਟਸ ਵਿੱਚ ਇਹ ਬੜੀ ਪ੍ਰਚਲਿਤ ਹੈ। ਮੋਰ ਦੈਨ 14,000 ਜਿਹੜੇ ਡਾਕਟਰਸ ਹੈਗੇ ਆ ਉਹ ਤਾਂ ਇਕੱਲੀ ਇੱਕ ਫਾਰਮਾ ਨਾਲ ਹੀ ਜੁੜੇ ਹੋਏ ਆ। ਸਤਿ ਸ਼੍ਰੀ ਅਕਾਲ, ਮੈਂ ਹਾਂ ਜਗਰੂਪ ਕੌਰ ਤੇ ਤੁਸੀਂ ਦੇਖ ਰਹੇ ਹੋ ਗਲੋਬਲ ਪੰਜਾਬ ਟੀਵੀ। ਅੱਜ ਅਸੀਂ ਗੱਲ ਕਰਾਂਗੇ ਸਿਹਤ ਦੀ। ਭੱਜ ਦੌੜ ਭਰੀ ਜ਼ਿੰਦਗੀ ਦੇ ਵਿੱਚ ਸਿਹਤ ਦਾ ਕਾਫੀ ਨੁਕਸਾਨ ਹੋ ਰਿਹਾ ਹੈ। ਕਈ ਲੋਕ ਕਈ ਬਿਮਾਰੀਆਂ ਦੇ ਸ਼ਿਕਾਰ ਹੋ ਰਹੇ ਨੇ ਤੇ ਇਹਨਾਂ ਬਿਮਾਰੀਆਂ ਦੇ ਹੱਲ ਵਾਸਤੇ ਨਵੀਆਂ ਤਕਨੀਕਾਂ ਵੀ ਆ ਰਹੀਆਂ ਨੇ। ਪਹਿਲਾਂ ਆਯੁਰਵੈਦਿਕ ਅਤੇ ਉਸ ਤੋਂ ਬਾਅਦ ਐਲੋਪੈਥੀ, ਤੇ ਹੁਣ ਇੱਕ ਨਵੀਂ ਕਾਢ ਕਹਿ ਸਕਦੇ ਹਾਂ ਹੋਈ ਹੈ ਹੋਮਿਓ ਇਲੈਕਟ੍ਰੋਪੈਥੀ ਦੀ। ਤੇ ਇਲੈਕਟ੍ਰੋ ਹੋਮਿਓਪੈਥੀ ਦੀ ਗੱਲ ਕੀਤੀ ਜਾਵੇ ਤਾਂ ਇਸ ਦੇ ਲਈ ਅਸੀਂ ਅੱਜ ਪਹੁੰਚੇ ਹਾਂ ਫਰੀਦਕੋਟ ਦ ਲਾਸਟ ਲੀਫ ਸੈਂਟਰ ਦੇ ਵਿੱਚ। ਇੱਥੇ ਤੁਹਾਨੂੰ ਦੱਸਾਂਗੇ ਕਿ ਆਖਿਰਕਾਰ ਇਲੈਕਟ੍ਰੋ ਹੋਮਿਓਪੈਥੀ ਕੀ ਹੈ ਤੇ ਇਹ ਕਿੰਨੀ ਕਾਰਗਰ ਹੈ, ਕਿਹੜੇ ਰੋਗਾਂ ਦੇ ਵਿੱਚ ਇਸ ਦਾ ਇਸਤੇਮਾਲ ਹੁੰਦਾ ਹੈ। ਤੇ ਇਹ ਸਭ ਜਾਣਨ ਦੇ ਲਈ ਸਾਡੇ ਨਾਲ ਮੌਜੂਦ ਨੇ ਡਾਕਟਰ ਸੰਜੀਵ ਜਨੇਜਾ ਜੀ, ਜਿਨ੍ਹਾਂ ਵੱਲੋਂ ਇਸ ਸੈਂਟਰ ਨੂੰ ਚਲਾਇਆ ਜਾਂਦਾ ਹੈ ਤੇ ਇਸ ਇਲੈਕਟ੍ਰੋ ਹੋਮਿਓਪੈਥੀ ਦੀ ਕਾਢ ਕੱਢੀ ਗਈ ਹੈ ਤੇ ਉਹ ਇਸ ਦੇ ਅੱਗੇ ਸੰਚਾਰ ਕਰ ਰਹੇ ਨੇ। ਤੇ ਅੱਜ ਅਸੀਂ ਉਹਨਾਂ ਨਾਲ ਗੱਲਬਾਤ ਕਰਾਂਗੇ। ਸਤਿ ਸ਼੍ਰੀ ਅਕਾਲ ਸਰ, ਬਹੁਤ ਸਵਾਗਤ ਹੈ ਤੁਹਾਡਾ ਗਲੋਬਲ ਪੰਜਾਬ ਟੀਵੀ ਦੇ ਵਿੱਚ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਮੈਮ। ਸਭ ਤੋਂ ਪਹਿਲੇ ਤਾਂ ਮੈਂ ਇਹ ਕਹਿਣਾ ਚਾਹਾਂਗਾ ਕਿ ਇਹ ਕੋਈ ਨਵੀਂ ਪੈਥੀ ਨਹੀਂ ਹੈ। ਇਲੈਕਟ੍ਰੋ ਹੋਮੋਪੈਥੀ ਅੱਜ ਤੋਂ 150 ਸਾਲ ਪਹਿਲੇ 1865 ਈਸਵੀ ਦੇ ਵਿੱਚ ਮਹਾਤਮਾ ਮੈਟੀ ਜੀ ਨੇ ਸ਼ੁਰੂ ਕੀਤੇ ਸੀ, ਜਿਨ੍ਹਾਂ ਨੂੰ ਉਸ ਤੋਂ ਬਾਅਦ ਕਾਊਂਟ ਸੀਜ਼ਰ ਮੈਟੀ ਦੀ ਉਪਾਧੀ ਵੀ ਦਿੱਤੀ ਗਈ ਹੈ। ਔਰ ਉਹਨਾਂ ਨੇ ਆਪਦਾ ਸਾਰਾ ਜੀਵਨ ਲਗਭਗ ਇਸੇ ਦੀ ਕਾਢ ਦੇ ਵਿੱਚ ਲਾ ਦਿੱਤਾ। ਤੇ ਇਸ ਮੈਂ ਜਾਨਣਾ ਚਾਹੂੰਗੀ ਕਿ ਜੇ ਇਲੈਕਟ੍ਰੋ ਹੋਮਿਓਪੈਥੀ ਇਹ ਕੀ ਹੈ, ਜੇ ਲੋਕ ਇਸ ਦਾ ਇਸਤੇਮਾਲ ਕਰਦੇ ਨੇ, ਅਸੀਂ ਲੋਕਾਂ ਤੇ ਇਸ ਦੀ ਵਰਤੋਂ ਕਰਦੇ ਹਾਂ, ਤਾਂ ਉਹ ਕਿਵੇਂ ਹੁੰਦੀ ਹੈ, ਉਸ ਬਾਰੇ ਲੋਕਾਂ ਨੂੰ ਇਸ ਬਾਰੇ ਜਾਣੂ ਕਰਵਾਓ ਥੋੜਾ ਜਿਹਾ। ਮੈਮ ਜਿਵੇਂ ਆਪਾਂ ਗੱਲ ਕਰੀਏ, ਬਹੁਤ ਸਾਰੀਆਂ ਤੁਸੀਂ ਪੈਥੀਜ਼ ਦੀ ਗੱਲ ਕੀਤੀ ਹੈ, ਜਿਨ੍ਹਾਂ ਵਿੱਚੋਂ ਆਯੁਰਵੈਦਿਕ ਹੈ, ਜਿਨ੍ਹਾਂ ਵਿੱਚੋਂ ਹੋਮੋਪੈਥੀ ਹੈ ਜਾਂ ਹੋਰ ਯੂਨਾਨੀ ਐਟਸੈਟਰਾ। ਇਹ ਮੈਮ ਇਹਨਾਂ 'ਚ ਸਿਰਫ ਇੱਕ ਹੀ ਚੀਜ਼ ਕਾਮਨ ਹੈ ਕਿ ਇਹ ਵੀ ਹਰਬਲ ਔਰ ਇਹ ਵੀ ਪਲਾਂਟਸ ਯੂਜ਼ ਕਰਦੇ ਆ, ਅਸੀਂ ਵੀ ਪਲਾਂਟਸ ਜਾਂ ਸ਼ਰਬਸ ਯੂਜ਼ ਕਰਦੇ ਹਾਂ। ਤੁਸੀਂ ਦੇਖ ਰਹੇ ਹੋ ਜਿਵੇਂ ਇਹ ਸਾਡੇ ਕੁਝ ਪਲਾਂਟਸ ਆ ਜਿਨ੍ਹਾਂ ਨੂੰ ਅਸੀਂ ਯੂਜ਼ ਕਰਦੇ ਹਾਂ।
ਮੈਮ ਇਹੋ ਜਿਹੇ ਲਗਭਗ 114 ਪਲਾਂਟਸ ਡਾਕਟਰ ਮੈਥੀ ਜੀ ਨੇ ਸ਼ਾਰਟ ਲਿਸਟ ਕੀਤੇ ਆ, ਜਿਨ੍ਹਾਂ ਤੋਂ ਅਸੀਂ ਫਰਦਰ 38 ਰੈਮਡੀਜ਼ ਬਣਾ ਰਹੇ ਹਾਂ। ਤੇ ਮਤਲਬ ਇਹ ਜਿਹੜੀ ਰੈਮੇਡੀਜ਼ ਜਿਹੜੀਆਂ ਹੈਗੀਆਂ ਨੇ ਇਹ ਪਲਾਂਟਸ ਤੋਂ ਬਣਦੀਆਂ ਨੇ, ਜਿਹੜੀ ਤੁਸੀਂ ਪ੍ਰੋਸੈਸ ਦੇ ਵਿੱਚ ਲੈ ਕੇ ਆਉਂਦੇ ਹੋ? ਐਗਜ਼ੈਕਟਲੀ ਮੈਮ ਜੀ। ਔਰ ਇਹ ਜਿਹੜੇ ਮੈਮ ਪਲਾਂਟਸ ਹੈਗੇ ਆ 114 ਬੜੇ ਸ਼ਾਰਟ ਲਿਸਟਡ ਪਲਾਂਟ ਹੈ। ਐਕਚੁਅਲੀ ਦਿਸ ਵਾਜ਼ ਅ ਵੈਰੀ ਲੌਂਗ ਪ੍ਰੋਸੈਸ। ਜਦੋਂ ਉਹਨਾਂ ਨੇ ਆਪਦਾ ਜੀਵਨ ਸ਼ੈਲੀ ਸ਼ੁਰੂ ਕੀਤੀ, ਜਦੋਂ ਉਹਨਾਂ ਨੇ ਇਹਦੀ ਖੋਜ ਸ਼ੁਰੂ ਕੀਤੀ ਤਾਂ ਕਾਫੀ ਸਾਰੇ ਪਲਾਂਟਸ ਤੋਂ ਸ਼ੁਰੂ ਕੀਤੀ ਸੀ। ਅਲਟੀਮੇਟਲੀ ਫਾਈਨਲ ਕਰਦੇ ਹੋਏ, ਸ਼ਾਰਟ ਲਿਸਟ ਕਰਦੇ ਹੋਏ, ਪ੍ਰੋਪਰਟੀਜ਼ ਨੂੰ ਦੇਖਦੇ ਹੋਏ ਉਹਨਾਂ ਨੇ ਸਿਰਫ 114 ਪਲਾਂਟਸ ਇਹੋ ਜਿਹੇ ਦੱਸਤੇ ਕਿ ਜਿਹੜੇ ਕਿ ਅੱਜ ਵੀ 38 ਰੈਮਡੀਜ਼ ਦੇ ਰੂਪ ਦੇ ਵਿੱਚ ਸਾਡੇ ਕੋਲ ਐਜ਼ ਅ ਮੈਡੀਸਨ ਅਵੇਲੇਬਲ ਹੈ। ਮੈਂ ਸਮਝਦਾ ਵੀ ਜੇ ਉਹਨਾਂ ਦਾ ਕਾਰਜਕਾਲ ਜੇ ਹੋਰ ਵੱਧ ਜਾਂਦਾ ਤਾਂ ਸ਼ਾਇਦ 114 ਪਲਾਂਟਸ ਤੋਂ ਵੀ ਸ਼ਾਰਟ ਲਿਸਟ ਹੋਰ ਹੋ ਜਾਂਦੇ। ਜੀ ਡਾਕਟਰ ਸਾਹਿਬ, ਜਦੋਂ ਅਸੀਂ ਗੱਲਬਾਤ ਕਰ ਰਹੇ ਸੀ ਤਾਂ ਉਹਦੇ ਵਿੱਚ ਤੁਸੀਂ ਹਿਮਾਲਿਆ ਦਾ ਜ਼ਿਕਰ ਕੀਤਾ ਸੀ ਕਿ ਹਿਮਾਲਿਆ ਤੋਂ ਇਹ ਜੜੀ ਬੂਟੀਆਂ ਜਿਹੜੀਆਂ ਆਉਂਦੀਆਂ ਨੇ, ਪਲਾਂਟਸ ਸ਼ਾਰਟ ਲਿਸਟ ਹੁੰਦੇ ਨੇ, ਤੇ ਕਿ ਇਹਨਾਂ ਦਾ ਪਲਾਂਟਸ ਦਾ ਹਿਮਾਲਿਆ ਤੋਂ ਲੈ ਕੇ ਆਉਣ ਦਾ ਕਿਵੇਂ ਅਸੀਂ ਇਹ ਸੋਚਿਆ? ਮੈਮ ਜੇ ਆਪਾਂ ਮਤਲਬ ਫਰੈਂਕਲੀ ਗੱਲ ਕਰੀਏ ਤਾਂ ਬੇਸਿਕਲੀ ਦਿਸ ਪੈਥੀ ਬਿਲੋਂਗਸ ਟੂ ਇਟਲੀ। ਜੀ। ਕਿਉਂਕਿ ਮਹਾਤਮਾ ਮੈਟੀ ਜਿਨ੍ਹਾਂ ਦੀ ਆਪਾਂ ਗੱਲ ਕਰ ਰਹੇ ਹਾਂ, ਹੀ ਬਿਲੋਂਗਸ ਟੂ ਇਟਲੀ, ਅਤੇ ਉਹਨਾਂ ਨੇ ਉੱਥੇ ਹੀ ਇਹਦੀ ਖੋਜ ਕੀਤੀ ਸੀ। ਤਾਂ ਓਬਵੀਅਸਲੀ ਜਿਹੜੇ ਪਲਾਂਟਸ ਹੈ ਇਹ ਯੂਰਪ ਯਾਨੀ ਕਿ ਜਰਮਨ ਸਾਈਡ 'ਤੇ ਆਪਾਂ ਨੂੰ ਮਿਲਣ ਦੇ ਚਾਂਸਸ ਜ਼ਿਆਦਾ ਹੁੰਦੇ ਸੀ, ਇਸ ਤਰ੍ਹਾਂ ਮੰਨਿਆ ਜਾ ਰਿਹਾ ਸੀਗਾ। ਬਟ ਜਿਵੇਂ ਕਿ ਮੈਂ ਤੁਹਾਨੂੰ ਦੱਸ ਰਿਹਾ ਕਿ ਹੁਣ ਅਸੀਂ ਜਿਹੜੀ ਇੱਥੇ ਇੰਡੀਆ ਦੇ ਵਿੱਚ ਯੂਜ਼ ਕਰ ਰਹੇ ਹਾਂ ਤਾਂ ਇਹਦੇ ਕਾਫੀ ਸਾਰੇ ਅਲਾਈਲਸ ਲਗਭਗ 108 ਤੋਂ ਵੱਧ ਇਹਦੇ ਜਿਹੜੇ ਇਲਾਈਲਸ ਹੈ, ਜਿਹੜੇ ਇਹ ਪਲਾਂਟਸ ਹੈਗੇ ਐਜ਼ ਸੱਚ ਇੱਥੇ ਹਿਮਾਲਿਅਨ ਰੇਂਜ ਵਿੱਚ ਅਵੇਲੇਬਲ ਹੈ। ਤਾਂ ਰੈਬੀਸਨ ਫਾਰਮਾ ਕਰਕੇ ਜਿਹੜੀ ਕੰਪਨੀ ਹੈ ਜਿਹੜੀ ਇਹਨਾਂ ਡਰੱਗਸ ਨੂੰ ਮੈਨੂਫੈਕਚਰ ਕਰ ਰਹੀ ਹੈ, ਉਹਨਾਂ ਦੀ ਰੇਂਜ ਵਿੱਚ ਇਹ ਪਲਾਂਟਸ ਹੈਗੇ ਆ। ਉੱਥੋਂ ਇਹ ਫਰੈਸ਼ਲੀ ਕਲੈਕਟ ਕਰਕੇ ਉਹਨਾਂ ਤੋਂ ਮੈਡੀਸਨਸ ਪਿਓਰ ਰੂਪ ਦੇ ਵਿੱਚ ਬਣਾ ਕੇ ਸਾਡੇ ਤੱਕ ਪਹੁੰਚਾ ਰਹੇ ਆ। ਤੇ ਸਰ ਇਹਨਾਂ ਨੂੰ ਬਣਾਉਣ ਦੇ ਵਿੱਚ ਕਿੰਨਾ ਕੁ ਸਮਾਂ ਲੱਗਦਾ ਹੈ? ਮੈਮ ਇਹ ਬੇਸਿਕਲੀ ਕੋਹੈਬਿਸ਼ਨ ਪ੍ਰੋਸੈਸ ਹੈ। ਜੇ ਆਪਾਂ ਥੋੜ੍ਹੀ ਜਿਹੀ ਈਜ਼ੀ ਲੈਂਗੁਏਜ ਵਿੱਚ ਗੱਲ ਕਰੀਏ ਤਾਂ ਇਹ ਸਿਰਫ ਵੋਲੀਟਿਲਿਟੀ ਹੈ, ਇਹ ਡਿਸਟੀਲੇਸ਼ਨ ਪ੍ਰੋਸੈਸ ਹੈ। ਤਾਂ ਇੱਕ ਦਿਨ ਦੇ ਵਿੱਚ ਹੀ ਮਤਲਬ ਪਲਾਂਟ ਨੂੰ ਪ੍ਰੋਸੈਸ ਕੀਤਾ ਜਾ ਸਕਦਾ। ਤੇ ਡਾਕਟਰ ਸਾਹਿਬ, ਇੱਕ ਹੋਰ ਸਵਾਲ ਜੇ ਕਰਨਾ ਚਾਹਾਂ ਤਾਂ ਉਹ ਇਹ ਹੋਏਗਾ ਕਿ ਸਾਡੇ ਦਰਸ਼ਕਾਂ ਲਈ ਵੀ ਜ਼ਰੂਰੀ ਹੋਵੇਗਾ ਕਿ ਜਾਨਣਾ ਕਿ ਇਸ ਥੈਰੇਪੀ ਦਾ ਕੈਸੇ ਦੇ ਇਸਤੇਮਾਲ ਕਿਹੜੇ ਰੋਗਾਂ ਵਾਸਤੇ ਹੁੰਦਾ ਹੈ? ਮੈਮ ਬੜਾ ਵਧੀਆ ਕੁਐਸਚਨ ਤੁਸੀਂ ਕਰ ਲਿਆ। ਮੈਮ ਬਹੁਤ ਵਾਈਡ ਰੇਂਜ ਆ। ਮੈਮ ਜੇ ਆਪਾਂ ਹਲਕੀ ਜਿਹੀ ਨਿਚ ਤੋਂ ਲੈ ਕੇ ਤੇ ਜੇ ਆਪਾਂ ਕੈਂਸਰ ਟ੍ਰੀਟਮੈਂਟ ਦੀ ਗੱਲ ਕਰੀਏ ਤਾਂ ਮੈਂ ਸਮਝਦਾ ਵੀ ਇਸ ਮੈਥਡ ਨਾਲ ਪੋਸੀਬਲ ਆ। ਪੋਸੀਬਲ ਕੀ ਕਿਹਾ, ਇਹ ਹੋ ਰਿਹਾ ਹੈ ਆਲਰੇਡੀ। some or other cancer patients are being treated with this particular pathy। ਮੈਂ ਜਿੱਥੇ ਹਿਮਾਚਲ ਦੀ ਤੁਹਾਨੂੰ ਗੱਲ ਕੀਤੀ ਹੈ, ਚੰਬਾ, ਜਿੱਥੋਂ ਦੀ ਇਹ ਪ੍ਰੋਸੈਸ ਹੋ ਰਹੀ ਮੈਡੀਸਨ ਹੈ, ਉੱਥੇ ਹੀ ਮੈਮ ਸਾਡਾ ਸੈਂਟਰ ਹੈ ਜਿਹੜੇ ਕੈਂਸਰ ਪੇਸ਼ੈਂਟਸ ਉੱਥੇ ਦੇਖ ਰਹੇ ਆ। ਇੱਦਾਂ ਹੀ ਮੈਮ ਸਾਡੇ ਬਹੁਤ ਸਾਰੀ ਪੈਥੀ ਦੇ ਬਹੁਤ ਸਾਰੇ ਡਾਕਟਰਸ ਹੈ ਜਿਹੜੇ ਉਸ ਐਜ਼ ਅ ਸਪੈਸ਼ਲਿਟੀ ਕੰਮ ਕਰ ਰਹੇ ਆ। ਕੋਈ ਤਾਂ ਜਿਹੜੇ ਕੈਂਸਰ ਪੇਸ਼ੈਂਟਸ ਦੇਖ ਰਹੇ ਹੈ, ਕੋਈ ਮੈਮ ਅਸਥਮੈਟਿਕ ਪੇਸ਼ੈਂਟ ਦੇਖ ਰਿਹਾ ਹੈ, ਕੋਈ TB ਲਾਈਕਵਾਈਜ਼। ਮੈਮ ਇੱਥੋਂ ਤੱਕ ਕਿ ਅਸੀਂ ਇਹ ਸਮਝਦੇ ਹਾਂ HIV HCV ਵਗੈਰਾ ਦਾ ਵੀ ਇਹਦੇ ਵਿੱਚ ਬਹੁਤ ਵਧੀਆ ਇਲਾਜ ਆਲਰੇਡੀ ਕਾਰਗਰ ਰੂਪ ਦੇ ਵਿੱਚ ਚੱਲ ਰਿਹਾ। ਮਤਲਬ ਜਿੰਨੀਆਂ ਵੀ ਗੰਭੀਰ ਬਿਮਾਰੀਆਂ ਕਹਿ ਲਈ ਕਿ ਜਿਹੜਾ ਇਨਸਾਨ ਆਪਣੀ ਬਿਮਾਰੀ ਤੋਂ ਜੂਝਦਾ ਆ ਜਾਂ ਉਹਨੂੰ ਆਪਣੀ ਜ਼ਿੰਦਗੀ ਨੂੰ ਬਚਾਉਣ ਵਾਸਤੇ ਜਿਹੜੀਆਂ ਕਰਨੇ ਪੈਂਦੇ ਨੇ, ਇਲਾਜ ਕਰਵਾਉਣੇ ਪੈਂਦੇ ਨੇ, ਤੇ ਉਹਨਾਂ ਵਾਸਤੇ ਇਹ ਕਾਰਗਰ ਹੁੰਦੀ ਹੈ। ਐਗਜ਼ੈਕਟਲੀ ਮੈਮ ਉਹਦਾ ਤੁਹਾਨੂੰ ਮੈਂ ਰੀਜ਼ਨ ਵੀ ਦੱਸਣਾ ਚਾਹਾਂਗਾ। ਕਿਉਂਕਿ ਮੈਮ ਇਹਦੇ ਵਿੱਚ ਜਿਹੜੀਆਂ 38 ਰੈਮਡੀਜ਼ ਮੈਟੀ ਜਿਹਨੇ ਸਾਨੂੰ ਦੇ ਦਿੱਤੀਆਂ, ਬੇਸਿਕਲੀ ਦਿਸ ਇਜ਼ ਅ ਬਲੈਂਡਿੰਗ ਪ੍ਰੋਸੈਸ। ਤਾਂ ਇਹਦੇ ਵਿੱਚ ਮੈਮ ਜਿਵੇਂ ਫੋਰ ਐਗਜ਼ਾਮਪਲ ਕਰੋਨਾ ਤਾਂ ਕਿਸੇ ਨੇ ਪਹਿਲੇ ਨਹੀਂ ਦੇਖਿਆ ਸੀਗਾ ਨਾ, ਅੱਜ ਤੋਂ 2-3 ਸਾਲ ਪਹਿਲੇ ਕਰੋਨਾ ਆਇਆ। ਤਾਂ ਕਰੋਨਾ ਵਾਸਤੇ ਹੁਣ ਵੀ ਵੈਕਸੀਨੇਸ਼ਨ ਡਿਵੈਲਪਮੈਂਟ ਅੰਡਰ ਹੈ, ਹਲੇ ਆਪਾਂ ਕਹਿ ਸਕਦੇ ਹਾਂ ਡੈਟ ਇਜ਼ ਨਾਟ ਬੀਇੰਗ ਟੈਸਟਡ ਕਲੀਨਿਕਲੀ ਰਾਈਟ ਨਾਓ, ਹੈ ਨਾ। ਆਪਾਂ ਲਵਾਈ ਵੀ ਕਿਉਂਕਿ ਐਮਰਜੈਂਸੀ ਦੇ ਵਿੱਚ ਉਹ ਵੈਕਸੀਨ ਆਪਾਂ ਨੂੰ ਇੰਡੀਆ ਨੂੰ ਜਾਂ ਹੋਰ ਕੰਟਰੀਜ਼ ਨੂੰ ਉਹ ਦੇਣੀ ਪਈ। ਬਟ ਕਰੋਨਾ ਦਾ ਟ੍ਰੀਟਮੈਂਟ ਹੀ ਅਸੀਂ ਬਖੂਬੀ ਸਾਡੇ ਕੁਝ ਸੈਂਟਰਸ ਜਿਵੇਂ ਮੋਗਾ ਹੈਗੇ ਆ, ਡਾਕਟਰ ਜਗਤਾਰ ਸਿੰਘ ਸੇਖੋਂ ਹੈ ਜਾਂ ਹੋਰ ਹੈ ਜਿਹੜੇ ਸਾਡੇ ਸੀਨੀਅਰਸ ਹੈਗੇ ਆ, ਦੇ ਆਰ ਆਲਰੇਡੀ ਇਨ ਦਿਸ ਫੀਲਡ। ਔਰ ਉਹਨਾਂ ਨੇ ਕਰੋਨਾ ਦੇ ਮੈਮ 100-150 ਪੇਸ਼ੈਂਟ ਠੀਕ ਕੀਤੇ ਹੋਣਗੇ ਐਂਡ ਹੀ ਹੈਜ਼ ਬੀਨ ਅਵਾਰਡਡ ਫॉर ਦੈਟ ਆਲਸੋ।
ਮਤਲਬ ਕਿ ਜਿੱਥੇ ਹੋਰ ਬਿਮਾਰੀਆਂ ਦਾ ਇਲਾਜ ਹੁੰਦਾ ਇਸ ਥੈਰੇਪੀ ਦੇ ਨਾਲ, ਇਸ ਹੋਮਿਓਪੈਥੀ ਦੇ ਨਾਲ, ਤੇ ਉਸੇ ਤਰ੍ਹਾਂ ਹੀ ਅਸੀਂ ਕਹਿ ਸਕਦੇ ਕਰੋਨਾ ਦੇ ਇਲਾਜ ਵਿੱਚ ਵੀ ਇਹ ਕਾਰਗਰ ਸਾਬਿਤ ਹੋਈ ਹੈ। ਐਂਡ ਇਟ ਡਿਡ। ਔਰ ਉਹਨਾਂ ਨੂੰ ਇਸ ਗੱਲ ਵਾਸਤੇ ਅਵਾਰਡ ਵੀ ਮੈਂ ਤੁਹਾਨੂੰ ਦੱਸਿਆ ਵੀ ਉਹਨਾਂ ਨੂੰ ਮਿਲਿਆ। ਤਾਂ ਆਈ ਮੀਨ ਟੂ ਸੇ ਵੀ ਜਿਹੜੀਆਂ ਵੀ ਬਿਮਾਰੀਆਂ ਅਸੀਂ ਸਮਝਦੇ ਹਾਂ ਵੀ ਜਿਹੜੀਆਂ ਹਲੇ ਫਿਊਚਰ 'ਚ ਵਿੱਚ ਵੀ ਆ ਰਹੀਆਂ, ਕਿਉਂਕਿ ਬੇਸਿਕਲੀ ਮੈਮ ਬਿਮਾਰੀਆਂ ਜਿਹੜੀਆਂ ਪਹਿਲੀਆਂ ਬਿਮਾਰੀਆਂ ਦਾ ਹੀ ਵਿਗੜਿਆ ਜਾਂ ਬਣਿਆ ਹੋਇਆ ਰੂਪ ਲੈ ਕੇ ਆ ਰਹੀਆਂ, ਤਾਂ ਉਹਨਾਂ ਦਾ ਆਲਰੇਡੀ ਟ੍ਰੀਟਮੈਂਟ ਇਨ ਫਾਰਮ ਆਫ ਥੀਸ ਸ਼ਰਬਸ ਸਰ ਇੱਕ ਚੀਜ਼ ਜਿਸ ਤਰ੍ਹਾਂ ਹੁਣ ਗੱਲ ਕਰਦੇ ਮੈਨੂੰ ਹੋ ਸਕਦਾ ਮੈਂ ਕਨਫਿਊਜ਼ ਹੋ ਗਈਆਂ, ਸਾਡੇ ਦਰਸ਼ਕ ਵੀ ਹੋ ਸਕਦੇ ਨੇ, ਤੇ ਉਹਨਾਂ ਨੇ ਇੱਕ ਵਾਰੀ ਦੁਬਾਰਾ ਤੋਂ ਕਲੀਅਰ ਜਿਹੜੀ ਕਰ ਦਈਏ ਗੱਲ ਕਿ ਇੱਕ ਹੋਮਿਓਪੈਥੀ ਹੁੰਦੀ ਹੈ ਤੇ ਹੋਮਿਓਪੈਥੀ ਤੋਂ ਬਾਅਦ ਇਲੈਕਟ੍ਰੋਪੈਥੀ ਹੈ, ਤੇ ਇਹਦੇ ਵਿੱਚ ਥੋੜਾ ਡਿਫਰੈਂਸ ਮਤਲਬ ਕੀ ਹੈ ਕਿ ਕਿਵੇਂ ਉਹਨਾਂ ਲਈ ਇਹ ਚੀਜ਼ ਕਾਰਗਰ ਹੈ? ਮੈਮ ਜਿਵੇਂ ਮੈਂ ਪਹਿਲੇ ਦੱਸਿਆ, ਸਿਵਾਏ ਇਸ ਚੀਜ਼ ਦੇ ਕਿ ਪਲਾਂਟਸ ਹੀ ਉਹ ਯੂਜ਼ ਕਰਦੇ ਤੇ ਪਲਾਂਟਸ ਹੀ ਅਸੀਂ ਯੂਜ਼ ਕਰਦੇ ਹਾਂ, ਬਾਕੀ ਸਾਰਾ ਕੁਝ ਡਿਫਰੈਂਟ ਜੀ। ਮੈਮ ਹੋਮਿਓਪੈਥੀ ਜਿਹੜੀ ਹੈਗੀ ਹੈ ਮੈਮ ਬੇਸਿਕਲੀ ਉਹ ਪਲਾਂਟਸ ਦਾ ਯੂਜ਼ ਕਰਦੀ ਹੈ, ਬਟ ਉਹਨਾਂ ਦੀ ਡਿਫਰੈਂਟ ਫਾਰਮ ਦੇ ਡਿਫਰੈਂਟ ਯਾਨੀ ਕਿ ਉਹ ਮੈਮ ਡਰਾਈਡ ਪਲਾਂਟਸ ਮੋਸਟਲੀ ਯੂਜ਼ ਕਰਦੀ ਹੈ, ਉਹ ਪਾਰਟਸ ਆਫ ਪਲਾਂਟ ਯੂਜ਼ ਕਰਦੇ ਆ। ਉਹਨਾਂ ਦੇ ਵਿੱਚ ਮੈਮ ਕਾਫੀ ਕੁਛ ਇਹੋ ਜਿਹੀਆਂ ਅਰਦਨ ਹੋਰ ਚੀਜ਼ਾਂ ਵੀ ਯੂਜ਼ ਹੋ ਸਕਦੀਆਂ ਜਿਹੜੀਆਂ ਪਲਾਂਟਸ ਦੇ ਨਾਲ ਉਹਨਾਂ ਨੂੰ ਮਿਲਦੀਆਂ। But in this case, in electropathy case, in electrohomeopathy case, we use only vegetable plants. ਔਰ ਇਹ ਜਿਹੜੇ ਵੈਜੀਟੇਬਲ ਪਲਾਂਟਸ ਹੈ ਮੈਮ ਇਹਨਾਂ ਦੀ ਗਿਣਤੀ ਵੀ ਬੜੀ ਘੱਟ ਹੈ, ਸਿਰਫ ਮੈਂ ਜਿਵੇਂ ਦੱਸਿਆ 114 ਹੈ। ਇਨ ਹੋਮਿਓਪੈਥੀ ਯੂ ਵਿਲ ਫਾਈਂਡ ਮੋਰ ਦੈਨ 1000 ਆਫ ਪਲਾਂਟਸ ਆਰ ਦੇਅਰ। ਮੋਰ ਓਵਰ ਮੈਮ ਉਹਨਾਂ ਦੀ ਬਲੈਂਡਿੰਗ ਕੈਪੈਸਿਟੀ ਜਿਹੜੀ ਹੈ, ਕਿਉਂਕਿ ਇੱਥੇ ਵੀ ਯੂਜ਼ ਓਨਲੀ ਬਲੈਂਡਡ ਵਨ, ਉਹਨਾਂ ਦੇ ਵਿੱਚ ਮੈਮ ਉਹਨਾਂ ਦੇ ਟਿੰਚਰ ਜਿਹੜੇ ਹੈਗੇ ਆ ਉਹ ਉਹਨਾਂ ਨੂੰ ਐਜ਼ ਸੱਚ ਹੀ ਯੂਜ਼ ਕਰਨੇ ਪੈਂਦੇ ਆ, ਸਿਰਫ ਉਹਨਾਂ ਦੀ ਪੋਟੈਂਸ਼ੀਅਸ ਚੇਂਜ ਹੁੰਦੀਆਂ। ਤੇ ਜਿਵੇਂ ਤੁਸੀਂ ਕੈਂਸਰ ਦਾ ਵੀ ਜ਼ਿਕਰ ਕੀਤਾ ਜਾਂ ਕਈ ਹੋਰ ਬਿਮਾਰੀਆਂ ਦਾ ਵੀ ਜ਼ਿਕਰ ਕੀਤਾ, ਇਹ ਬਹੁਤ ਮਹਿੰਗੇ ਇਲਾਜ ਹੁੰਦੇ ਨੇ ਤੇ ਇਲਾਜ ਕਰਵਾਉਂਦੇ ਕਹਿੰਦੇ ਕਿ ਬੰਦਾ ਹਾਰ ਹੀ ਜਾਂਦਾ, ਤਾਂ ਉਹ ਚੀਜ਼ਾਂ ਵੀ ਹੁੰਦੀਆਂ ਨੇ। ਤੇ ਜੇ ਇਲੈਕਟ੍ਰੋਪੈਥੀ ਦੀ ਗੱਲ ਕੀਤੀ ਜਾਵੇ ਤਾਂ ਇਹਦੇ ਵਿੱਚ ਅਸੀਂ ਕਿੰਨਾ ਕਹਿ ਸਕਦੇ ਕਿ ਲੋਕਾਂ ਦੇ ਬਜਟ ਵਿੱਚ ਆਵੇਗੀ ਚੀਜ਼, ਜਾਂ ਕਹਿ ਲਈ ਕਿ ਉਹਨਾਂ ਦੀ ਪਹੁੰਚ ਤੱਕ ਹੋਵੇਗੀ, ਕਿ ਲੋਕਾਂ ਨੂੰ ਡਰਨ ਦੀ ਜ਼ਰੂਰਤ ਤਾਂ ਨਹੀਂ ਕਿ ਉਹ ਇਸ ਇਲਾਜ ਦੇ ਲਈ ਆਉਣਗੇ ਤਾਂ ਉਹਨਾਂ ਨੂੰ ਸੋਚਣਾ ਪਏਗਾ ਕਿ ਮੈਂ ਇੱਥੇ ਜਾਵਾਂਗਾ, ਪਤਾ ਨਹੀਂ ਮੇਰਾ ਕਿੰਨਾ ਖਰਚਾ ਹੋ ਜਾਵੇਗਾ। ਐਗਜ਼ੈਕਟਲੀ ਮੈਮ ਐਕਚੁਅਲੀ ਇਸ ਕੁਐਸਚਨ ਨੂੰ ਮੈਂ ਐਪਰੀਸ਼ੀਏਟ ਕਰਨਾ ਚਾਹਾਂਗਾ, ਕਿਉਂਕਿ ਮੈਮ ਇਹ ਦੇਖੋ ਬੜਾ ਜ਼ਰੂਰੀ ਹੈ। ਤੁਸੀਂ ਬਹੁਤ ਸਾਰੇ ਤੁਸੀਂ ਦੇਖੋਗੇ ਇਸ ਬੈਲਟ ਪਾਰਟੀਕੂਲਰ ਸਾਡੀ ਵਾਲੀ ਬੈਲਟ ਜੀ, ਬਠਿੰਡਾ ਬੈਲਟ ਤੋਂ ਲੈ ਕੇ ਇੱਥੋਂ ਤੱਕ ਪਿਛਲੇ ਕੁਝ ਸਾਲਾਂ ਦੇ ਵਿੱਚ ਹੀ ਕੈਂਸਰ ਲਗਭਗ ਜ਼ਿਆਦਾ ਨਹੀਂ ਤਾਂ 25-30 ਗੁਣਾ ਐਕਚੁਅਲੀ ਇਨਕਰੀਜ਼ ਹੋ ਚੁੱਕਾ ਹੈ। ਬਹੁਤ ਸਾਰੇ ਲੋਕ ਤਾਂ ਮੈਮ ਕੈਂਸਰ ਦਾ ਟ੍ਰੀਟਮੈਂਟ ਨਾ ਕਰਾਉਣ ਦੇ ਕਾਰਨ ਹੀ, ਬਿਕੋਜ਼ ਇਕਨੋਮਿਕਲੀ ਦੇ ਆਰ ਨਾਟ ਬੀਇੰਗ ਏਬਲ ਟੂ ਯੂਜ਼ ਦਿਸ, ਤਾਂ ਫਿਰ ਉਹ ਅਲਟੀਮੇਟਲੀ ਉਹ ਸਰੈਂਡਰ ਕਰ ਦਿੰਦੇ ਆ। ਮੈਮ ਮੈਂ ਦੱਸਣਾ ਚਾਹਾਂਗਾ ਵੀ ਜਿਹੜੀ ਇਲੈਕਟ੍ਰੋ ਹੋਮਿਓਪੈਥੀ ਹੈ ਇਹਦੇ ਵਿੱਚ ਬੜੇ ਹੀ ਇਕਨੋਮਿਕਲ ਮੈਮ ਜਿਵੇਂ ਤੁਸੀਂ ਇੱਕ ਨੋਰਮਲ ਤੁਸੀਂ ਇੱਕ ਇਨਫਲੇਮੇਸ਼ਨ ਟਰੀਟ ਕਰਦੇ ਹੋ, ਜਿਵੇਂ ਤੁਸੀਂ ਨੋਰਮਲ ਇੱਕ ਇਨਫੈਕਸ਼ਨ ਟਰੀਟ ਕਰਦੇ ਹੋ, ਤੁਸੀਂ ਉਸੇ ਤਰ੍ਹਾਂ ਕੈਂਸਰ ਟਰੀਟ ਕਰ ਦਿੰਦੇ ਹੋ। ਤਾਂ ਉਹਦੇ ਵਿੱਚ ਤੁਹਾਡਾ ਕੋਈ ਬਹੁਤ ਜ਼ਿਆਦਾ ਮਤਲਬ ਬਜਟ ਨਹੀਂ ਬਣਦਾ ਹੈਗਾ। ਜੇ ਆਪਾਂ ਕੰਪੇਅਰ ਕਰੀਏ, ਜੇ ਉਹੀ ਗੱਲ ਹੈ ਮੈਮ, ਜੇ ਲੱਖਾਂ ਜਿੱਥੇ ਲੱਗਦੇ ਆ ਤਾਂ ਤੁਹਾਡਾ ਕੁਛ 1000 ਰੁਪਏ ਦੇ ਵਿੱਚ ਹੀ, ਹਜ਼ਾਰਾਂ ਰੁਪਏ ਦੇ ਵਿੱਚ ਹੀ ਤੁਹਾਡਾ ਟ੍ਰੀਟਮੈਂਟ ਸਫਲ ਹੋ ਜਾਂਦਾ। ਔਰ ਉਹਦੇ ਵਿੱਚ ਮੈਮ ਤੁਹਾਨੂੰ ਬਹੁਤ ਸਾਰੇ ਮੈਮ ਸਾਈਡ ਇਫੈਕਟਸ, ਜਿਵੇਂ ਉਹਨਾਂ ਦੀ ਗੱਲ ਆਪਾਂ ਬਾਅਦ 'ਚੋਂ ਵੀ ਸ਼ਾਇਦ ਕਰਾਂਗੇ, ਤਾਂ ਉਹ ਜਿਹੜੇ ਉਹ ਵੀ ਨਹੀਂ ਆਉਂਦੇ। ਪਲੱਸ ਮੈਮ ਪੈਸਿਆਂ ਵੱਲੋਂ ਤਾਂ ਅੱਗੇ ਹੀ ਲੋਕ ਬਹੁਤ ਤੰਗ ਹੈ। ਰੋਟੀ ਖਾਣ ਦੇ ਪੈਸੇ ਜਿਹਦੇ ਕੋਲ ਨਹੀਂ ਹੈਗੇ, ਉਹ ਕੈਂਸਰ ਦਾ ਇਲਾਜ ਕਰਾਉਣਾ ਉਹਦੇ ਵਾਸਤੇ ਮੁਸ਼ਕਿਲ ਹੈ, ਨਹੀਂ ਕਰਾ ਸਕਦਾ। ਇਸੇ ਕਰਕੇ ਹੀ ਮੈਂ ਸਵਾਲ ਕੀਤਾ ਸੀ, ਕਿਉਂਕਿ ਕੈਂਸਰ ਹੋ ਗਿਆ ਜਾਂ ਕਈ ਹੋਰ ਗੰਭੀਰ ਬਿਮਾਰੀਆਂ ਹੋ ਗਈਆਂ ਜਿਨ੍ਹਾਂ ਵਾਸਤੇ ਇਲਾਜ ਕਰਵਾਉਣ ਉੱਥੇ ਕਈ ਲੋਕ ਆਪਣੇ ਨੂੰ ਪਿੱਛੇ ਹਟ ਜਾਂਦੇ ਨੇ, ਕਹਿੰਦੇ ਕਿ ਹੁਣ ਤਾਂ ਸਾਡੇ ਹੱਥ ਵੱਸ ਹੀ ਨਹੀਂ ਰਿਹਾ। ਤਾਂ ਉਹ ਇਸ ਕਰਕੇ ਮੈਂ ਇੱਕ ਸਵਾਲ ਕੀਤਾ ਕਿ ਸਾਡੇ ਦਰਸ਼ਕਾਂ ਦੇ ਲਈ ਹੋਰ ਆਸਾਨ ਹੋ ਜਾਵੇ ਇਹ ਚੀਜ਼ ਜਾਣਨੀ। ਤੇ ਜਿੱਥੇ ਤੁਸੀਂ ਸਾਈਡ ਇਫੈਕਟ ਦੀ ਗੱਲ ਕੀਤੀ, ਹਾਂ ਬਿਲਕੁਲ ਮੈਂ ਵੀ ਜਾਣਨਾ ਚਾਹੂੰਗੀ ਕਿ ਸਾਡੇ ਦਰਸ਼ਕ ਇਹ ਵੀ ਦੇਖ ਲੈਣ ਕਿ ਸਾਡੇ ਦਰਸ਼ਕਾਂ ਨੂੰ ਕਿ ਇਸ ਚੀਜ਼ ਦੀ ਵੀ ਕਨਫਿਊਜ਼ਨ ਨਾ ਹੋਵੇ ਕਿ ਕਈ ਹੁੰਦੀਆਂ ਨਾ ਬਿਮਾਰੀਆਂ ਹੁੰਦੀਆਂ ਨੇ, ਦਵਾਈ ਲੈਂਦੇ ਨੇ, ਉਹਨਾਂ ਨੂੰ ਕਾਰਗਰ ਨਹੀਂ ਹੁੰਦੀ, ਤਾਂ ਇਸ ਚੀਜ਼ ਦਾ ਸਾਈਡ ਇਫੈਕਟ ਹੋ ਸਕਦਾ ਹੈ ਕਿ ਨਹੀਂ? ਮੈਮ ਮੈਂ ਕੈਂਸਰ ਦੀ ਐਗਜ਼ਾਮਪਲ ਤੋਂ ਹੀ ਸ਼ੁਰੂ ਕਰੂੰਗਾ ਜੀ। ਮੈਮ ਤੁਸੀਂ ਵੀ ਸੁਣਿਆ ਕਿ ਕੈਂਸਰ ਕਰਕੇ ਪੇਸ਼ੈਂਟ ਇੰਨਾ ਪੀੜਿਤ ਨਹੀਂ ਹੁੰਦਾ ਜਿੰਨੇ ਕੈਂਸਰ ਦੀ ਮੈਡੀਸਿਨਸ ਦੇ ਸਾਈਡ ਇਫੈਕਟ ਕਰਕੇ ਹੁੰਦਾ। ਜੋ ਪ੍ਰੋਬਲਮਸ ਉਹਨੂੰ ਕੈਂਸਰ ਦੀ ਮੈਡੀਸਿਨਸ ਜਾਂ ਟ੍ਰੀਟਮੈਂਟ ਦੇ ਜਿਹੜੇ ਸਾਈਡ ਇਫੈਕਟਸ ਦਿੰਦੇ ਆ, ਕਿਉਂਕਿ ਕਈ ਮੈਡੀਸਿਨ ਕਾਫੀ ਸਟਰੋਂਗ ਹੁੰਦੀਆਂ ਨੇ, ਤਾਂ ਉਸ ਕਰਕੇ ਬੰਦਾ ਉਵੇਂ ਵੀ ਖੋਖਲਾ ਹੀ ਹੋ ਜਾਂਦਾ ਅੰਦਰੋਂ। ਕੈਂਸਰ ਦੇ ਕੇਸ 'ਚ ਪੇਸ਼ੈਂਟ ਦੀ ਆਪਦੀ ਬੋਡੀ ਇਮਿਊਨਿਟੀ ਤੇ ਆਪਦਾ ਬੋਡੀ ਰੈਜ਼ਿਸਟੈਂਸ ਆਲਮੋਸਟ ਖਤਮ ਹੋ ਚੁੱਕਿਆ ਹੁੰਦਾ, ਤਾਂ ਨਾਰਮਲ ਚੀਜ਼ ਵੀ ਉਸ ਤੋਂ ਸਹੀ ਨਹੀਂ ਜਾਂਦੀ ਜੀ। ਮੈਮ ਮੈਂ ਬੜੀ ਖੁਸ਼ੀ ਨਾਲ, ਹਾਲਾਂਕਿ ਆਪਾਂ ਗੰਭੀਰ ਵਿਸ਼ੇ ਕੈਂਸਰ 'ਤੇ ਗੱਲ ਕਰ ਰਹੇ ਹਾਂ, ਪਰ ਮੈਨੂੰ ਇਹ ਦੱਸ ਕੇ ਥੋੜ੍ਹੀ ਜਿਹੀ
ਖੁਸ਼ੀ ਇਸ ਤਰ੍ਹਾਂ ਹੋ ਰਹੀ ਹੈ ਕਿ ਸਾਡੀ ਇਸ ਟ੍ਰੀਟਮੈਂਟ ਦੇ ਵਿੱਚ, ਇਸ ਇਲੈਕਟ੍ਰੋ ਹੋਮੋਪੈਥੀ ਦੇ ਵਿੱਚ ਤੁਹਾਨੂੰ ਸਾਈਡ ਇਫੈਕਟਸ ਨਾਮ ਦੀ ਕੋਈ ਚੀਜ਼ ਨਹੀਂ ਮਿਲਦੀ। ਯੂ ਕੈਨ ਸੇ ਦੈਟ ਇਟ ਇਜ਼ ਐਬਸੋਲਿਊਟਲੀ ਜ਼ੀਰੋ ਸਾਈਡ ਇਫੈਕਟਸ ਯੂ ਵਿਲ ਫਾਈਂਡ ਇਨ ਥੀਸ ਡਰੱਗਸ। ਔਰ ਦੂਸਰੀ ਗੱਲ ਇਹ ਹੈ ਮੈਮ, ਜਿਵੇਂ ਫੋਰ ਐਗਜ਼ਾਮਪਲ ਦੇਖੋ ਕੈਂਸਰ ਦੇ ਵਿੱਚ ਵੀ ਮੈਮ ਕੀ ਹੁੰਦਾ ਹੈ ਕਿ ਬੇਸਿਕਲੀ ਲਾਈਫ ਇਜ਼ ਬੀਇੰਗ ਇਨਕਰੀਜ਼ਡ। ਤੁਸੀਂ ਕੁਝ ਸਾਲ ਜਿਹੜੇ ਪੇਸ਼ੈਂਟ ਦੇ ਤੁਸੀਂ ਵਧਾ ਦਿੰਦੇ ਹੋ, ਹੈ ਨਾ ਜੀ। ਤਾਂ ਇਹਦੇ ਵਿੱਚ ਅਸੀਂ ਵੀ ਕੁਝ ਸਾਲ ਵਧਾ ਦਿੰਦੇ ਹਾਂ। ਜੇ ਉਹਨਾਂ ਦੇ 5 ਸਾਲ ਵੱਧਦੇ ਆ, ਸਾਡੇ ਵੀ 7 ਸਾਲ ਵੱਧ ਜਾਂਦੇ ਆ ਜਾਂ ਵਾਈਸ। ਬਟ ਇਹ ਜਿਹੜੇ 5 ਸਾਲ ਅਸੀਂ ਵਧਾਉਂਦੇ ਹਾਂ ਲਾਈਫ ਦੇ ਮੈਮ, ਉਹ ਸਮੂਥ ਹੁੰਦੇ ਆ। ਉਹ ਪੇਸ਼ੈਂਟ ਐਕਚੁਅਲੀ ਆਪਣੀ ਲਾਈਫ ਜਿੰਦਾ, ਉਹਨੂੰ ਮਰ ਕੇ ਨਹੀਂ ਜੀਣਾ ਪੈਂਦਾ ਜਿਵੇਂ ਕਿ ਇਨ ਕੇਸ ਆਫ ਅਦਰ ਪੈਥੀਸ ਹੁੰਦਾ। ਹਾਲਾਂਕਿ ਪੇਸ਼ੈਂਟ ਦੀ ਲਾਈਫ ਵੱਧ ਜਾਂਦੀ ਹੈ ਬਟ ਔਖਾ ਬਹੁਤ ਹੁੰਦਾ। ਉਹਦੇ ਕੋਲੋਂ ਮੈਮ ਰੋਜ਼ਮਰਾ ਦੀ ਜਿਹੜੀ ਜ਼ਿੰਦਗੀ ਆ ਉਹ ਕੋਈ ਵਧੀਆ ਜ਼ਿੰਦਗੀ ਆਪਾਂ ਨਹੀਂ ਕਹਿ ਸਕਦੇ। ਹਾਂ ਠੀਕ ਹੈ, ਲਾਈਫ ਇਨਕਰੀਜ਼ ਹੋ ਜਾਂਦੀ ਹੈ, ਮੈਂ ਮੰਨਦਾ। ਉਹਨਾਂ 'ਚ ਵੀ ਕੁਝ ਟ੍ਰੀਟਮੈਂਟਸ ਇਹੋ ਜਿਹੀਆਂ ਹੈਗੀਆਂ ਜਿਹੜੀਆਂ ਚੱਲ ਰਹੀਆਂ ਔਰ ਪੀਪਲ ਆਰ ਗੈਟਿੰਗ ਇਟ ਕਰੈਕਟਡ, ਠੀਕ ਹੈ। ਬਟ ਇਹ ਜਿਹੜੀ ਹੈ ਮੈਮ, ਇਹ ਇੱਕ ਬਿਲਕੁਲ ਡਿਫਰੈਂਟ ਔਰ ਬਿਲਕੁਲ ਇਕਨੋਮਿਕਲ ਅਤੇ ਬਿਲਕੁਲ ਸਾਈਡ ਇਫੈਕਟ ਲੈਸ ਪੈਥੀ ਹੈਗੀ ਹੈ। ਆਪਾਂ ਹੁਣ ਇਕੱਲੀ ਕੈਂਸਰ ਦੀ ਗੱਲ ਨਾ ਕਰੀਏ, ਹੋਰ ਬਹੁਤ ਸਾਰੀਆਂ ਰੂਮੇਟਡ ਆਰਥਰਾਈਟਿਸ ਹੈ ਮੈਮ, ਗਠੀਆ ਤੋਂ ਲੋਕ ਪਰੇਸ਼ਾਨ ਹੈ। ਆਪਣੇ ਹੋਰ ਬਹੁਤ ਸਾਰੀਆਂ ਜਿਵੇਂ HCV ਕਈਆਂ ਨੂੰ ਚਲੋ ਇਹ ਤਾਂ ਹੋ ਗਿਆ ਅੰਦਰੂਨੀ, ਕਈਆਂ ਨੂੰ ਫਿਜ਼ੀਕਲੀ ਵੀ ਹੁੰਦੀਆਂ ਨੇ, ਮਤਲਬ ਪੇਨ ਹੁੰਦੀ ਹੈ ਜਾਂ ਕਈ ਬੈਕ ਪੇਨ ਤੋਂ ਗ੍ਰਸਤ ਹੁੰਦੇ ਨੇ, ਕਈਆਂ ਦੀ ਬੋਨਸ ਵੀਕ ਹੁੰਦੀਆਂ ਨੇ, ਜਾਂ ਕਹਿ ਲਏ ਕਿ ਜਿਸ ਤਰ੍ਹਾਂ ਅੱਜ ਕੱਲ੍ਹ ਬਹੁਤ ਕੰਮ ਹੁੰਦਾ, ਜ਼ਿਆਦਾਤਰ ਕੰਮ ਸਿਸਟਮ 'ਤੇ ਹੁੰਦੇ ਨੇ, ਤਾਂ ਉਹਦੇ ਵਿੱਚ ਕਹਿ ਲਏ ਕਿ ਬਾਡੀ ਇੱਕ ਹੁੰਦੀ ਹੈ, ਕਈ ਸਰਵਾਈਕਲ ਦੇ ਹੋ ਜਾਂਦੇ ਨੇ, ਅਤੇ ਉਹਨਾਂ ਦਾ ਵਾਸਤੇ ਵੀ ਕਈਆਂ ਨੂੰ ਕਾਰਗਰ ਹੋਏਗੀ ਹੈ। ਐਗਜ਼ੈਕਟਲੀ ਮੈਮ ਸਰਵਾਈਕਲ ਦੀ ਜੇ ਤੁਸੀਂ ਗੱਲ ਕਰਦੇ ਹੋ ਤਾਂ ਮੇਰੇ ਖਿਆਲ ਆ ਵੀ ਹਰ ਘਰ ਦੇ ਵਿੱਚ 2 ਪੇਸ਼ੈਂਟ ਤੁਹਾਨੂੰ ਸਰਵਾਈਕਲ ਦੇ ਮਿਲ ਜਾਣਗੇ। ਰੀਜ਼ਨ ਇਜ਼ ਆਫ ਕੋਰਸ ਇਹ ਮੈਂ ਕਹਿ ਸਕਦੀ, ਮੈਂ ਆਪਣੇ ਵਾਸਤੇ ਸਵਾਲ ਕੀਤਾ ਹੈ ਕਿਉਂਕਿ ਅਸੀਂ ਸਾਰਾ ਟਾਈਮ ਸਿਸਟਮ 'ਤੇ ਕੰਮ ਕਰਦੇ ਹਾਂ, ਤਾਂ ਸਿਸਟਮ 'ਤੇ ਕੰਮ ਕਰੀ ਇੱਕੋ ਪੋਜੀਸ਼ਨ ਦੇ ਵਿੱਚ ਬੈਠਣਾ ਹੁੰਦਾ, ਉਹਦੇ ਨਾਲ ਮਤਲਬ ਕਈ ਤਰ੍ਹਾਂ ਦੀ ਫਿਜ਼ੀਕਲੀ ਪੇਨ ਹੋ ਗਈ ਜਾਂ ਸਰਵਾਈਕਲ ਹੋ ਗਿਆ। ਉਸ ਵਾਸਤੇ ਮੈਂ ਪੁੱਛਿਆ ਕਿਉਂਕਿ ਅੱਜ ਕੱਲ੍ਹ ਚੱਲ ਹੀ ਇਹ ਸਭ ਚੀਜ਼ਾਂ ਰਹੀਆਂ ਨੇ ਮੈਮ। ਐਗਜ਼ੈਕਟਲੀ। ਔਰ ਇਹਦਾ ਮੈਮ ਤੁਹਾਨੂੰ ਮੈਂ ਮਤਲਬ I don't want to blame any pathy or something ਮੈਮ। ਐਕਚੁਅਲੀ ਇਹਦਾ ਕੋਈ ਪਰਟੀਕੂਲਰ ਇਲਾਜ ਕਿਸੇ ਵੀ ਪੈਥੀ ਦੇ ਵਿੱਚ ਨਹੀਂ ਦੱਸਿਆ ਜਾਂਦਾ, ਕਿਉਂਕਿ ਤੁਸੀਂ ਜਿੰਨੀ ਦੇਰ ਮੈਡੀਸਨ ਖਾਂਦੇ ਰਹਿੰਦੇ ਹੋ, ਆਪਾਂ ਐਲੋਪੈਥੀ ਦੀ ਗੱਲ ਕਰਦੇ ਹਾਂ, ਤੁਸੀਂ ਮੈਡੀਸਨ ਖਾਂਦੇ ਹੋ, ਤੁਸੀਂ ਸਿੰਪਟੋਮੈਟਿਕਲੀ ਠੀਕ ਹੋ, ਨੈਕਸਟ ਡੇ ਤੁਹਾਡਾ ਨਿਕਲ ਜਾਂਦਾ, ਉਸ ਤੋਂ ਬਾਅਦ ਫਿਰ ਤੁਹਾਨੂੰ ਲੈਣੀ ਪੈਂਦੀ ਹੈ, ਠੀਕ ਹੈ ਨਾ। ਦਿਸ ਇਜ਼ ਨਾਟ ਦ ਕੇਸ ਵਿਦ ਇਲੈਕਟ੍ਰੋ ਹੋਮੋਪੈਥੀ ਮੈਮ। ਇਹਦੇ ਵਿੱਚ ਜਿਹੜੀ ਹੈ ਫਾਈਨਲ ਕਰੈਕਸ਼ਨ ਹੁੰਦੀ ਹੈ। ਜੇ ਆਪਾਂ ਮੰਨ ਲਓ ਹੁਣ ਸਰਵਾਈਕਲ ਦੀ ਗੱਲ ਕਰਦੇ ਹਾਂ ਮੈਮ, ਫੋਰ ਐਗਜ਼ਾਮਪਲ ਹੋਰ ਬਹੁਤ ਸਾਰੀਆਂ ਮੈਮ ਡੇਲੀ ਪ੍ਰੋਬਲਮਸ ਜਿਹੜੀਆਂ ਆਉਂਦੀਆਂ, ਜਿਵੇਂ ਵਿਟਾਮਿਨਸ ਦੀ ਕਮੀ ਹੋ ਗਈ, ਵਿਟਾਮਿਨ D3 ਹੋ ਗਿਆ, B12 ਹੋ ਗਿਆ ਮੈਮ, ਇਹੋ ਜਿਹੀਆਂ ਕਮੀਆਂ ਵੀ ਬੇਸਿਕਲੀ ਕੀ ਹੈ ਮੈਮ, ਜਿਹੜੀਆਂ ਬਾਕੀ ਜਿਵੇਂ ਐਲੋਪੈਥੀ ਫੋਰ ਐਗਜ਼ਾਮਪਲ ਮੈਮ ਉਹ ਰਿਪਲੈਨਿਸ਼ ਕਰ ਦਿੰਦੀਆਂ। ਤੁਹਾਡਾ ਇੱਕ ਬਰਤਨ ਖਾਲੀ ਹੈ, ਉਹਦੇ ਵਿੱਚ ਤੁਸੀਂ ਉਹਨੂੰ ਭਰ ਦਿੱਤਾ, ਠੀਕ ਹੈ ਨਾ। ਬਟ ਇਨ ਦਿਸ ਕੇਸ ਉਹ ਆਪਾਂ ਭਰਨ ਦੀ ਗੱਲ ਨਹੀਂ ਕਰਦੇ, ਅਸੀਂ ਤੁਹਾਡੀ ਬੋਡੀ ਨੂੰ ਲਾਉਂਦੇ ਹਾਂ ਕਿ ਉਹ ਆਪਦਾ ਕੰਮ ਕਾਰਗਰ ਤਰੀਕੇ ਨਾਲ ਕਰੇ। ਅਤੇ ਜਿਹੜੀ ਡੈਪਰੀਵਿਟੀ ਆ ਰਹੀ ਹੈ ਮੈਟਾਬੋਲਿਜ਼ਮ ਦੇ ਵਿੱਚ, ਜਿਹਦੀ ਵਜ੍ਹਾ ਕਰਕੇ ਤੁਹਾਡੇ ਵਿਟਾਮਿਨਸ ਨਹੀਂ ਕ੍ਰੀਏਟ ਹੋ ਰਹੇ, ਬਣ ਨਹੀਂ ਰਹੇ, ਉਹ ਕ੍ਰੀਏਟ ਕੀਤੇ ਜਾਣ ਥਰੂ ਯੂਰ ਬੋਡੀ ਇਟਸੈਲਫ। ਤਾਂ ਦਿਸ ਇਜ਼ ਦਾ ਫੰਡਾ। ਔਰ ਇਸ ਵਜ੍ਹਾ ਕਰਕੇ ਮੈਂ ਸਮਝਦਾ ਵੀ ਕੁਛ ਮਹੀਨੇ ਇਹ ਟ੍ਰੀਟਮੈਂਟ ਚੱਲ ਕੇ ਬੰਦ ਹੋ ਜਾਂਦਾ ਹੈ ਐਂਡ ਪੇਸ਼ੈਂਟ ਇਜ਼ ਗੈਟਿੰਗ ਫਾਈਨਲੀ ਕਰੈਕਟਡ। ਦੇਖੋ ਮੈਂ ਇਹ ਨਹੀਂ ਕਹਿੰਦਾ ਵੀ ਹਰ ਪੈਥੀ ਦੀ ਹਰ ਇੱਕ ਥਾਂ 'ਤੇ ਆਪਦੀ ਇੰਪੋਰਟੈਂਸ ਹੈਗੀ ਹੈ, ਸੋ ਐਜ਼ ਵੀ, ਬਟ ਵੀ ਆਰ ਨਨ ਲੈਸ ਆਫ ਐਨੀਥਿੰਗ ਐਲਸ। ਅਤੇ ਦੂਸਰੀ ਗੱਲ ਇਹ ਹੈ ਕਿ ਇਹਦੇ ਸਾਈਡ ਇਫੈਕਟਸ ਹੈ ਨਹੀਂ, ਤਾਂ ਜਿਹੜੀ ਪ੍ਰਾਈਮ ਜਿਹੜੀ ਇੰਪੋਰਟੈਂਸ ਹੈ ਇਸੇ ਨੂੰ ਮਿਲਣੀ ਚਾਹੀਦੀ ਹੈ ਜੀ। ਅਤੇ ਸਰ ਹੁਣ ਮੈਂ ਇੱਕ ਗੱਲ ਹੋਰ ਪੁੱਛਣੀ ਚਾਹਾਂਗੀ ਕਿ ਕਈ ਬਿਮਾਰੀਆਂ ਨੇ ਜਿਨ੍ਹਾਂ ਦਾ ਹੱਲ ਸਿਰਫ ਆਪਰੇਸ਼ਨ ਹੀ ਹੈ। ਜਿੱਦਾਂ ਗੱਲ ਕੀਤੀ ਜਾਵੇ ਗੁਰਦੇ ਦੀ ਦਿੱਕਤ ਹੋ ਗਈ, ਉਹਦੇ ਵਾਸਤੇ ਵੀ ਆਪਰੇਸ਼ਨ ਕਿਹਾ ਜਾਂਦਾ ਹੈ, ਅਤੇ ਜਿਹੜੇ ਪੱਥਰੀ ਦੀ ਗੱਲ ਕੀਤੀ ਜਾਵੇ ਤਾਂ ਉਹਦੇ ਵਾਸਤੇ ਵੀ ਆਪਰੇਸ਼ਨ ਹੀ ਹੱਲ ਦੱਸਿਆ ਜਾਂਦਾ ਹੈ। ਅਤੇ ਕੀ ਅਜਿਹਾ ਕੁਝ ਹੋ ਸਕਦਾ ਕਿ ਜੇ ਆਪਰੇਸ਼ਨ ਤੱਕ ਨਾ ਜਾਣਾ ਪਵੇ? ਮੈਮ ਜਿਵੇਂ ਮੈਂ ਤੁਹਾਨੂੰ ਪਹਿਲੇ ਦੱਸ ਚੁੱਕਿਆ ਕਿ ਬੜੀ ਵਰਸੇਟਾਈਲ ਪੈਥੀ ਹੈਗੀ ਹੈ ਇਲੈਕਟ੍ਰੋ ਹੋਮੋਪੈਥੀ ਮੈਮ। ਬਹੁਤ ਸਾਰੇ ਇਹੋ ਜਿਹੇ ਜਿਹੜੇ ਆਪਰੇਟਿਵ ਪ੍ਰੋਸੀਜਰਸ ਜਿਹੜੇ ਦੱਸੇ ਜਾਂਦੇ ਆ ਪੇਸ਼ੈਂਟ ਨੂੰ, ਉਹਨਾਂ ਦਾ ਕਾਰਗਰ ਹੱਲ ਸਾਡੀ ਪੈਥੀ ਵਿੱਚ ਅਵੇਲੇਬਲ ਹੈ। ਫੋਰ ਐਗਜ਼ਾਮਪਲ ਮੈਮ ਤੁਸੀਂ ਗੱਲ ਕੀਤੀ ਹੈ ਜਿਵੇਂ ਪਿੱਤੇ ਦੀ ਪੱਥਰੀ ਮੈਮ, ਪ੍ਰੋਟੋਕੋਲ ਦੇ ਅਕੋਰਡਿੰਗਲੀ ਮੈਮ ਐਲੋਪੈਥੀ ਦੇ ਵਿੱਚ ਇਹਦਾ ਇਲਾਜ ਸਿਰਫ ਪਿੱਤਾ ਰਿਮੂਵਲ ਹੈ, ਉਹ ਪਿੱਤਾ ਕੱਢ ਦਿੰਦੇ ਆ। ਬਟ ਸਾਡੀ ਪੈਥੀ ਦੇ ਵਿੱਚ ਮੈਮ ਐਗਜ਼ੈਕਟਲੀ ਅਸੀਂ ਪੱਥਰੀ ਹੀ ਕੱਢਦੇ ਹਾਂ ਔਰ ਇਟ ਵਿਲ ਟੇਕ ਹਾਰਡਲੀ 3 to 4 months ਕਿ ਉਹ ਪੱਥਰੀ ਤੁਹਾਡੀ ਉਹ ਬਾਹਰ ਮਤਲਬ ਯਾਨੀ ਕਿ ਪੱਥਰੀ ਖੁਰ ਜਾਂਦੀ ਉਹਦੇ ਵਿੱਚ ਹੀ,
ਖਤਮ ਹੋ ਜਾਂਦੀ ਹੈ ਐਂਡ ਯੂ ਡੋਂਟ ਹੈਵ ਟੂ ਗੋ ਫॉर ਆਪਰੇਸ਼ਨ ਫॉर ਐਜ਼ ਫਾਰ ਐਜ਼ ਗਾਲ ਬਲੈਡਰ ਸਟੋਨ ਇਜ਼ ਕੰਸਰਨ। ਰਸੌਲੀਆਂ ਹੋ ਗਈਆਂ, ਪਿੱਤੇ ਦੀਆਂ ਰਸੌਲੀਆਂ ਹੋ ਗਈਆਂ, ਜਿਨ੍ਹਾਂ ਦਾ ਇਲਾਜ ਉਹੀ ਵਨਸ ਅਗੇਨ ਰਿਮੂਵਲ ਆਫ ਗਾਲ ਹੈ। ਤਾਂ ਸਾਡੀ ਪੈਥੀ ਦੇ ਵਿੱਚ ਉਹਦਾ ਬੜਾ ਸਪਸ਼ਟ ਤੇ ਕਲੀਅਰ ਕੱਟ ਇਲਾਜ ਹੈਗਾ ਹੈ, ਜਿਹਨੂੰ ਅਸੀਂ ਆਲਰੇਡੀ ਮੈਮ ਬਹੁਤ ਸਾਰੇ ਸਾਡੇ ਕੋਲੀਗਸ ਹੈਗੇ ਜਿਹੜੇ ਉਹ ਇਸ ਨੂੰ ਅੰਜਾਮ ਦੇ ਰਹੇ ਆ ਔਰ ਬਹੁਤ ਵਧੀਆ ਪੇਸ਼ੈਂਟਸ ਬੜੇ ਖੁਸ਼ ਹੋ ਕੇ। ਸਿੰਪਟਮਸ ਤਾਂ ਮੈਮ ਪਹਿਲੇ 15 ਦਿਨਾਂ 'ਚ ਹੀ ਠੀਕ ਹੋ ਜਾਂਦੇ ਆ, ਬਟ ਪੱਥਰੀ ਥੋੜ੍ਹਾ ਜਿਹਾ ਟਾਈਮ ਲੈ ਜਾਂਦੀ ਹੈ, 2-3 ਮਹੀਨੇ, 4 ਮਹੀਨੇ, 5 ਮਹੀਨੇ ਡਿਪੈਂਡਿੰਗ ਅਪਨ ਦਾ ਸਾਈਜ਼ ਆਫ ਦਾ ਸਟੋਨ। ਉਸ ਤੋਂ ਬਾਅਦ ਉਹ ਠੀਕ ਹੋ ਜਾਂਦੇ ਆ। ਹਰਨੀਆਂ ਫਾਰ ਐਗਜ਼ਾਮਪਲ, ਤੁਸੀਂ ਗੁਰਦਿਆਂ ਦੀ ਗੱਲ ਕੀਤੀ ਹੈ ਮੈਮ, ਈਵਨ ਕਿਡਨੀਜ਼ ਦੇ ਵਿੱਚ ਬਹੁਤ ਸਾਰੇ ਸਾਡੇ ਅਸੀਂ ਈਵਨ ਮੈਮ ਡਾਇਲਿਸਿਸ ਤੱਕ ਅਸੀਂ ਪੋਸਟਪੋਨ ਕਰ ਦਿੰਦੇ ਹਾਂ ਪਹਿਲੇ, ਔਰ ਕਈ ਬਹੁਤ ਸਾਰੇ ਕੇਸਿਸ ਦੇ ਵਿੱਚ ਬੰਦ ਹੋ ਜਾਂਦੀ ਹੈ। ਉਸ ਤੋਂ ਬਾਅਦ ਪੋਸਟਪੋਨ ਹੁੰਦੇ ਹੁੰਦੇ ਉਹ ਬੰਦ ਹੋ ਜਾਂਦੀ ਹੈ। ਇਹੋ ਜਿਹੇ ਸਾਡੇ ਕੋਲ ਕ੍ਰਿਟੀਕਲ ਕਿਡਨੀ ਕੇਸਿਸ ਡਿਜ਼ੀਜ਼ਸ ਅਸੀਂ ਆਲਰੇਡੀ ਮੈਮ ਇਹਨੂੰ ਠੀਕ ਕਰ ਚੁੱਕੇ ਹਾਂ। ਅਸੀਂ ਸਾਡੇ ਬਹੁਤ ਸਾਰੇ ਕੋਲੀਗ, ਸਾਡੀ ਸੰਸਥਾਵਾਂ ਆਲਰੇਡੀ ਇਹ ਪੇਸ਼ੈਂਟਸ ਬਹੁਤ ਬਖੂਬੀ ਠੀਕ ਕਰ ਰਹੇ ਜੀ। ਔਰ ਇਹਦੇ ਵਿੱਚ ਮੈਮ ਫਿਰ ਉਹੀ ਗੱਲ, ਇਕੋਨਮੀ ਇਜ਼ ਦ ਮੋਸਟ ਪ੍ਰਾਈਮ ਥਿੰਗ ਹੈ, ਕਿਉਂਕਿ ਉਹਦੇ ਵਿੱਚ ਮੈਮ ਖਰਚਾ ਹੀ ਕੁਛ ਨਹੀਂ ਆਉਂਦਾ ਸਾਡਾ, ਔਰ ਪੇਸ਼ੈਂਟ ਇਜ਼ ਐਟ ਹਿਜ਼ ਓਨ ਕਨਵੀਨੀਅੰਸ। ਠੀਕ ਹੈ ਜੀ। ਔਰ ਉਹਨੂੰ ਹੌਸਪੀਟਲਾਈਜ਼ ਹੋਣ ਦੀ ਵੀ ਕਈ ਵਾਰੀ ਲੋੜ ਬਿਲਕੁਲ ਨਹੀਂ ਪੈਂਦੀ, ਘਰੇ ਹੀ ਇਲਾਜ ਹੋ ਜਾਂਦਾ ਮੈਮ। ਤੇ ਇਹ ਤਾਂ ਹੋ ਗਈ ਕਿ ਸਟੋਨ ਦੀ ਗੱਲ ਕੀਤੀ ਜਾਵੇ, ਗੁਰਦੇ ਦੀ ਗੱਲ ਕੀਤੀ ਜਾਵੇ, ਤੇ ਜੋ ਅੱਖਾਂ ਦੇ ਆਪਰੇਸ਼ਨ ਦੀ ਗੱਲ ਹੁੰਦੀ ਹੈ, ਲੇਜ਼ਰ ਆਪਰੇਸ਼ਨ ਅੱਜ ਕੱਲ੍ਹ ਚੱਲੇ ਹੋਏ ਨੇ, ਜਾਂ ਫਿਰ ਕਹਿ ਲਏ ਕਿ ਗੋਡਿਆਂ ਨੂੰ ਕਹਿੰਦੇ ਕਿ ਜਦੋਂ ਗਰੀਸ ਮੁੱਕ ਗਈ ਉਦੋਂ ਵੀ ਕੁਛ ਅਜਿਹੀਆਂ ਗੱਲਾਂ ਹੁੰਦੀਆਂ ਨੇ, ਬਿਮਾਰੀਆਂ ਇਹੋ ਜਿਹੀਆਂ ਤੋਂ ਲੋਕ ਪਰੇਸ਼ਾਨ ਹੁੰਦੇ ਨੇ, ਖਾਸ ਕਰਕੇ ਵੱਡੀ ਏਜ ਦੇ ਲੋਕਾਂ ਦੀ ਗੱਲ ਕੀਤੀ ਜਾਵੇ ਤਾਂ। ਜੀ ਮੈਮ, ਐਕਚੁਅਲੀ ਦੇਖੋ ਇਹਦੇ ਵਿੱਚ ਵੀ ਹੁਣ ਫਿਰ ਗੱਲ ਉਹੀ ਹੈ, ਵਰਸੈਟਿਲਿਟੀ ਇਹਦੇ ਵਿੱਚ ਵੀ ਰੋਲ ਬੜਾ ਵਧੀਆ ਆਉਂਦਾ ਇਹਦਾ। ਐਕਚੁਅਲੀ ਜਿਵੇਂ ਹੁਣ ਆਪਾਂ ਕੈਟਰੈਕਟ ਦੀ ਗੱਲ ਕਰਦੇ ਹਾਂ, ਅਤੇ ਕੈਟਰੈਕਟ ਮੈਮ ਜੇ ਬਿਫੋਰ ਹੈਂਡ ਸਾਨੂੰ ਪਤਾ ਲੱਗ ਜਾਂਦਾ ਵੀ ਕੈਟਰੈਕਟ ਆ ਰਿਹਾ, ਜਾਂ ਹਲੇ ਉਹ ਬੜੀ ਇਨੀਸ਼ੀਅਲ ਸਟੇਜ 'ਤੇ ਹੁੰਦਾ, ਤਾਂ ਵੀ ਕੈਨ ਗੈਟ ਇਟ ਰੈਕਟੀਫਾਈਡ। ਬਹੁਤ ਸਾਰੇ ਸਾਲ ਆਪਾਂ ਲੰਘਾ ਸਕਦੇ ਹਾਂ ਬਿਨਾਂ ਕੈਟਰੈਕਟ ਆਏ। ਇਸੇ ਤਰ੍ਹਾਂ ਮੈਮ ਗਲੂਕੋਮਾ ਦਾ ਦੇਖੋ ਆਪਰੇਸ਼ਨ ਹੀ ਮੁੜ ਕੇ ਹੱਲ ਹੁੰਦਾ ਹੈ ਆਫਟਰ ਮੈਡੀਕੇਸ਼ਨ। ਤਾਂ ਸਾਡੀ ਪੈਥੀ ਦੇ ਵਿੱਚ ਮੈਮ ਈਵਨ ਉਹਦਾ ਵੀ ਬੜਾ ਸਕਸ਼ਮ ਟਰੀਟਮੈਂਟ ਹੈਗਾ। ਠੀਕ ਹੈ ਜੀ। ਅੱਛਾ, ਜੇ ਆਪਾਂ ਤੁਸੀਂ ਹੁਣ ਜਿਵੇਂ ਗੱਲ ਕਰ ਰਹੇ ਹੋ ਵੀ ਬੱਚਿਆਂ ਨੂੰ ਵੀ ਜਿਵੇਂ ਐਨਕਾਂ ਲੱਗੀਆਂ, ਉਹਨਾਂ ਦੇ ਨੰਬਰ ਹੈਗੇ, ਸਪੈਕਸ ਉਹ ਯੂਜ਼ ਕਰ ਰਿਹਾ ਦੂਰ ਦੇ ਨੇੜੇ ਦੇ, ਮੈਮ ਇਹਦੀ ਵੀ ਰੈਕਟੀਫਿਕੇਸ਼ਨ ਹੈਗੀ ਹੈ ਜੇ ਬਾਈ ਚਾਂਸ ਤੁਹਾਡਾ ਡੀਜਨਰੇਟਿਵ ਡਿਜ਼ੀਜ਼ ਨਹੀਂ ਹੈਗਾ ਤਾਂ। ਦੇਖੋ ਏਜ ਵਾਈਜ਼ ਜਿਹੜਾ ਤੁਹਾਡਾ ਨੰਬਰ ਲੱਗਣਾ ਜਾਂ ਜੋ ਤੁਹਾਡੀਆਂ ਡੀਜਨਰੇਸ਼ਨਸ ਹੋਣੀਆਂ ਉਹ ਗੈਟ ਅਸਾਈਡ। ਅਦਰਵਾਈਜ਼ ਜੇ ਐਕਸੀਡੈਂਟਲ ਜਾਂ ਅਬਰਪਟ ਕੋਈ ਅਦਰਵਾਈਜ਼ ਮੈਟਾਬੋਲਿਕ ਚੇਂਜਸ ਕਰਕੇ ਤੁਹਾਡੇ ਸਪੈਕਸ ਲੱਗੇ ਆ ਤਾਂ ਵੀ ਕੈਨ ਰਿਮੂਵ ਦੋਜ਼ ਆਲਸੋ ਵਿਦਨ 6 to 8 months। ਮੰਨ ਲਓ 1 ਜਾਂ 2 ਨੰਬਰ ਹੈ, ਅਸੀਂ 6 ਤੋਂ 8 ਮਹੀਨਿਆਂ ਦੇ ਵਿੱਚ ਉਹ ਰਿਮੂਵ ਕਰ ਦਿੰਦੇ ਹਾਂ। ਜੀ ਸਰ, ਤੁਸੀਂ ਬੱਚੇ ਦਾ ਜ਼ਿਕਰ ਕੀਤਾ ਤਾਂ ਮੇਰੇ ਜ਼ਿਹਨ ਦੇ ਵਿੱਚ ਇੱਕ ਸਵਾਲ ਹੈ ਕਿ ਜੇ ਅਸੀਂ ਹਰ ਇੱਕ ਬਿਮਾਰੀ ਦੀ ਗੱਲ ਕਰ ਰਹੇ ਹਾਂ, ਕਿ ਇਹਦੇ ਵਿੱਚ ਕੋਈ ਏਜ ਲਿਮਿਟ ਵੀ ਹੈਗੀ ਹੈ? ਮੈਮ ਅਸੀਂ ਕਿ ਜੇ ਆਪਣੀ ਥੈਰੇਪੀ ਦੀ ਮੈਮ ਵਿਦਨ ਦ ਫੀਟਸ ਅਸੀਂ ਆਪਦਾ ਟ੍ਰੀਟਮੈਂਟ ਸ਼ੁਰੂ ਕਰ ਸਕਦੇ ਹਾਂ। ਓਕੇ। ਐਂਡ ਏਜ ਆਫ 100 ਬਸ, ਠੀਕ ਹੈ ਨਾ ਜੀ। ਤੇ ਤੁਸੀਂ ਇਹ ਟ੍ਰੀਟਮੈਂਟ ਕਈਆਂ ਨੂੰ ਹੁੰਦਾ ਨਾ ਕਿ ਵੱਡੇ ਬੱਚੇ ਨੂੰ ਹੋ ਗਿਆ ਜਾਂ ਯੰਗ ਏਜ ਦੇ ਵਿੱਚ, 올ਡ ਏਜ ਵਿੱਚ, ਤੇ ਬੱਚਿਆਂ ਨੂੰ ਜਿਹੜੇ ਛੋਟੇ ਅੰਡਰ 18 ਕਹਿ ਲਈਏ ਕਿ ਉਹਨਾਂ ਵਾਸਤੇ ਨਹੀਂ ਹਾਲੇ ਕਲੀਅਰ ਹੈ ਕਿ ਉਸ ਨੂੰ ਇਸ ਥੈਰੇਪੀ ਦੀ ਲੋੜ ਹੈ ਕਿ ਨਹੀਂ, ਜਾਂ ਉਸਨੂੰ ਇਸ ਥੈਰੇਪੀ ਦੇ ਸਕਦੇ ਹਾਂ ਕਿ ਨਹੀਂ ਦੇ ਸਕਦੇ, ਉਸ ਆਧਾਰ ਤੇ 100% ਦੇ ਸਕਦੇ ਹਾਂ, 100% ਹੀ ਦੇ ਸਕਦੇ ਹਾਂ। ਕਿਉਂਕਿ ਅਸੀਂ ਜਦੋਂ ਵਾਰਮ ਦੀ ਗੱਲ ਕਰ ਰਹੇ ਹਾਂ ਮੈਮ, ਸਭ ਤੋਂ ਕ੍ਰਿਟੀਕਲ ਪਾਰਟ ਉਹੀ ਹੁੰਦਾ ਹੈ। ਐਂਡ ਜੇ ਅਸੀਂ ਉੱਥੋਂ ਅਸੀਂ ਜੇ ਮਤਲਬ ਕੱਢ ਕੇ ਲੈ ਕੇ ਜਾ ਸਕਦੇ ਹਾਂ ਡਿਜ਼ੀਜ਼ ਨੂੰ, ਤਾਂ ਫਿਰ 18 ਇਜ਼ ਨਾਟ ਐਨ ਏਜ, ਹੈ ਨਾ, ਲਾਈਕ ਵੀ ਉਹਦੇ ਵਿੱਚ ਆਪਾਂ ਨੂੰ ਜ਼ਿਆਦਾ ਸੋਚਣ ਦੀ ਲੋੜ ਨਹੀਂ ਹੈਗੀ। ਬਿਲਕੁਲ। ਅਤੇ ਮੋਰ ਓਵਰ ਮੈਮ, ਬਲਕਿ ਇਹ ਤਾਂ ਤੁਸੀਂ ਡਿਜ਼ੀਜ਼ਸ ਦੀ ਗੱਲ ਕਰ ਰਹੇ ਹੋ ਨਾ ਮੈਮ। ਇਫ ਵੀ ਡੋਂਟ ਟਾਕ ਅਬਾਊਟ ਡਿਜ਼ੀਜ਼ਸ, ਮਹਾਤਮਾ ਮੈਟੀ ਦਾ ਜਿਹੜਾ ਐਕਚੁਅਲ ਮੋਟੋ ਸੀਗਾ ਉਹ ਕੀ ਸੀਗਾ? ਹੀ ਵਾਂਟਡ ਦੈਟ ਹਾਊ ਟੂ ਕੀਪ ਯੋਰ ਹੈਲਥ ਇਨ ਯੋਰ ਪੋਕਟ। ਜੀ। ਤਾਂ ਉਹ ਇਹ ਨਹੀਂ ਕਿ ਡਿਜ਼ੀਜ਼ ਹੋਈ ਤਾਂ ਹੀ ਆਪਾਂ ਐਕਸ਼ਨ ਲੈਣਾ ਹੈ, ਡਿਜ਼ੀਜ਼ ਹੋਵੇ ਨਾ, ਇਸ ਦਾ ਵੀ ਬਖੂਬੀ ਇੰਤਜ਼ਾਮ ਇਸ ਪੈਥੀ ਦੇ ਵਿੱਚ ਕਲੀਅਰ ਕੱਟ ਹੈਗਾ। ਸੋ ਇਟਸ ਨਾਟ ਓਨਲੀ ਦਾ ਕੇਸ ਕਿ ਡਿਜ਼ੀਜ਼ ਹੋ ਗਈ ਤਾਂ ਫਿਰ ਹੀ ਆਪਾਂ ਰੈਮੇਡੀ ਕਰਨੀ ਹੈ। ਬਿਫੋਰ ਦੈਟ ਯੂ ਕੈਨ ਹੈਂਡਲ ਦੈਟ ਡਿਜ਼ੀਜ਼ ਬਿਫੋਰ ਹੈਪਨਿੰਗ। ਮਤਲਬ ਜ਼ਰੂਰੀ ਨਹੀਂ ਕਿ ਤੁਹਾਡੇ ਨਾਲ ਬਿਮਾਰੀ ਹੁੰਦੀ ਹੈ ਤੁਹਾਨੂੰ ਤਾਂ ਹੀ ਤੁਸੀਂ ਇਹਦਾ ਇਲਾਜ ਕਰੋਗੇ। ਤੁਹਾਨੂੰ ਲੱਗਦਾ ਕਿ ਮੈਨੂੰ ਹੋ ਸਕਦਾ ਤਾਂ ਉਹਦੇ ਵਾਸਤੇ ਵੀ ਅਸੀਂ ਇਹ ਪਹਿਲਾਂ ਤੋਂ ਹੀ ਇਸ ਥੈਰੇਪੀ ਨੂੰ ਲੈ ਸਕਦੇ ਹਾਂ, ਡਾਕਟਰ ਸਾਹਿਬ ਦਾ ਇਹ ਕਹਿਣਾ। ਤੇ ਡਾਕਟਰ ਸਾਹਿਬ, ਜੇ ਹੁਣ ਅਸੀਂ IVF ਦੀ ਗੱਲ ਕੀਤੀ ਜਾਵੇ ਤਾਂ IVF ਦੇ ਵਾਸਤੇ ਵੀ
ਕਈ ਲੋਕਾਂ ਨੂੰ ਬਹੁਤ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਕਈਆਂ ਨੂੰ ਤਾਂ ਬਹੁਤ ਟਾਈਮ ਲੱਗ ਜਾਂਦਾ ਹੈ। ਇੱਕ ਪੇਸ਼ੈਂਸ ਦੀ ਗੱਲ ਕੀਤੀ ਜਾਵੇ, ਉਹਨਾਂ ਦਾ ਪੇਸ਼ੈਂਸ ਖਤਮ ਹੋ ਜਾਂਦੇ ਨੇ ਕਿ ਨਹੀਂ ਹੁਣ ਸਾਡਾ ਕੋਈ ਹੱਲ ਨਹੀਂ ਹੋ ਰਿਹਾ। ਤੇ IVF ਦੇ ਹੱਲ ਦੀ ਜੇ ਗੱਲ ਕੀਤੀ ਜਾਵੇ ਤਾਂ ਉਹਦੇ ਵਾਸਤੇ ਤੁਸੀਂ ਕੀ ਕਹੋਗੇ? ਮੈਮ ਦੇਖੋ, ਇਹ ਬੜਾ ਟੱਚਿੰਗ ਜਿਹਾ ਟੌਪਿਕ ਹੈ। ਇੱਕ ਕਪਲ ਹੈ, ਠੀਕ, ਦੇਖੋ ਨਾ ਕਿੰਨੇ ਸਾਲ ਬਾਈ ਚਾਂਸ ਉਹਨਾਂ ਦੇ ਜੇ ਸਪੋਜ਼ ਕਰੋ ਇਸ਼ੂ ਨਹੀਂ ਹੋ ਰਿਹਾ ਤਾਂ ਮਤਲਬ ਮੈਡੀਕਲੀ ਤਾਂ ਪਰੇਸ਼ਾਨ ਹੈ ਹੀ, ਔਰ ਇਕਨੋਮਿਕਲੀ ਵੀ ਪਰੇਸ਼ਾਨ ਹੈ, ਪਲੱਸ ਹੀ ਇਜ਼ ਮਤਲਬ ਉਹ ਕਪਲ ਇਮੋਸ਼ਨਲੀ ਕਿੰਨਾ ਖਰਾਬ ਹੋ ਰਿਹਾ ਔਰ ਆਪਣਾ ਜਿਹੜਾ ਸੋਸ਼ਲ ਇਸ ਵੇਲੇ ਸਟਰਕਚਰ ਹੈਗਾ ਉਹਨੂੰ ਹੋਰ ਜ਼ਿਆਦਾ ਪਰੇਸ਼ਾਨ ਕਰਦਾ ਹੈ ਨਾ। ਤੁਸੀਂ ਯੂ ਕੈਨ ਅੰਡਰਸਟੈਂਡ ਦਿਸ। ਅਤੇ ਮੈਮ ਉਸ ਕੇਸ ਦੇ ਵਿੱਚ ਕਾਫੀ ਲੋਕ ਮਤਲਬ ਕਾਫੀ ਜ਼ਿਆਦਾ ਪੈਸਾ ਖਰਾਬ ਇਨ ਦਾ ਸੈਂਸ ਵੀ ਦੇ ਆਰ ਗੋਇੰਗ ਫॉर ਸੋ ਮੈਨੀ ਪ੍ਰੋਸੀਜਰਸ ਲਾਈਕ ਯੂ ਹੈਵ ਸੈਡ ਨਾ IVF ਐਂਡ ਆਲ ਜੀ। ਮੈਮ ਦੇਖੋ, ਇਹਨਾਂ ਦੇ ਸਕਸੈਸ ਰੇਟ ਦੀ ਪਰਸੈਂਟੇਜ ਬਾਰੇ ਮੈਨੂੰ ਕੁਝ ਖਾਸ ਦੱਸਣ ਦੀ ਲੋੜ ਨਹੀਂ ਹੈਗੀ, ਐਵਰੀਬਡੀ ਨੋਜ਼, ਠੀਕ ਹੈ ਨਾ। ਤਾਂ ਮੈਮ ਇੰਨੇ ਪੈਸੇ ਲਾ ਕੇ ਵੀ ਜੇ ਹਸਪੀਟਲਸ ਦੇ ਖਰਚੇ ਜਾਂ ਕਹਿ ਲਈ ਉਹਨਾਂ ਦੇ ਜੋ ਵੀ ਪ੍ਰੋਸੈਸ ਹੁੰਦਾ ਉਸ ਪ੍ਰੋਸੈਸ ਦੀ ਗੱਲ ਕੀਤੀ ਜਾਵੇ ਤਾਂ ਕਪਲਸ ਨੂੰ ਬਹੁਤ ਹੀ ਜ਼ਿਆਦਾ ਪੈਸਾ ਲਗਾ ਕੇ ਵੀ ਕਦੀ ਉਹਨਾਂ ਨੂੰ ਮਤਲਬ ਨਿਰਾਸ਼ਾ ਹੀ ਹੱਥ ਲੱਗਦੀ ਹੈ। ਤਾਂ ਉਸ ਦੇ ਚੱਲਦਿਆਂ ਜੇਕਰ ਉਹਨਾਂ ਨੇ ਵੀ ਸੋਚਣਾ ਹੋਵੇ ਇਸ ਬਾਰੇ ਜਾਂ ਉਹ ਵੀ ਚਾਹੁੰਦੇ ਹੋਣ ਕਿ ਇਸ ਦੇ ਚੱਲਦਿਆਂ ਹੋ ਸਕਦਾ ਪ੍ਰੋਸੈਸ ਕਿ ਨਹੀਂ, ਜਾਂ ਫਿਰ ਅਸੀਂ ਕਿਸੇ ਨੂੰ ਸੁਜੈਸਟ ਕਰਨਾ ਹੋਵੇ ਤਾਂ ਉਹਦੇ ਆਧਾਰ ਤੇ ਗੱਲ ਕਰੀਏ। ਮੈਮ ਅਸੀਂ ਤਾਂ ਇਹੀ ਸੁਜੈਸਟ ਕਰਦੇ ਹਾਂ, ਨਾ ਸਿਰਫ ਇਸ ਕਰਕੇ ਕਿ ਅਸੀਂ ਪੈਥੀ ਵਿੱਚ ਹੈਗੇ ਹਾਂ, ਅਦਰਵਾਈਜ਼ ਵੀ ਆਰ ਸੁਜੈਸਟਿੰਗ ਕਿ ਫਸਟ ਆਫ ਆਲ ਦੇ ਸ਼ੁੱਡ ਕਮ ਟੂ ਥੀਸ ਟਾਈਪ ਆਫ ਟ੍ਰੀਟਮੈਂਟਸ ਜਿਹਦਾ ਕੋਈ ਸਾਈਡ ਇਫੈਕਟ, ਜਿਹਦਾ ਕੋਈ ਨੁਕਸਾਨ ਨਹੀਂ ਹੈਗਾ। ਮੋਰ ਓਵਰ ਮੈਮ ਜੇ ਆਪਾਂ ਕੇਸਿਸ ਦੀ ਗੱਲ ਕਰੀਏ ਤਾਂ ਸਾਡੇ ਇਹਦੇ ਵਿੱਚ ਜਿਹੜੀ ਪਰਸੈਂਟੇਜ ਆਫ ਸਕਸੈਸ ਰੇਟ ਜਿਹਨੂੰ ਆਪਾਂ ਕਹਿੰਦੇ ਹਾਂ ਮੈਮ, ਉਹ ਕਾਫੀ ਜ਼ਿਆਦਾ ਹੈ। ਮੋਸਟ ਆਫ ਦਾ ਪੀਪਲ ਜੇ ਉਹਨਾਂ ਨੂੰ ਕੋਈ ਮਤਲਬ ਅਵਲ ਤਾਂ ਅਸੀਂ ਕੰਜੈਨਿਟਲ ਪ੍ਰੋਬਲਮਸ ਵੀ ਦੂਰ ਕਰ ਲੈਂਦੇ ਹਾਂ, ਉਹ ਵੀ ਇਸ ਇਹਨਾਂ ਡਰੱਗਸ ਦੇ ਵਿੱਚ ਇੰਨੀ ਕੁ ਜਾਨ, ਇੰਨੀ ਕੁ ਤਾਕਤ, ਇੰਨਾ ਕੁ ਸ਼ਫਾ ਹੈਗੀ ਹੈ ਕਿ ਦੇ ਆਰ ਈਵਨ ਏਬਲ ਟੂ ਗੋ ਫॉर ਦੈਟ ਥਿੰਗ ਆਲਸੋ। ਬਟ ਜਿਹੜੇ ਅਦਰਵਾਈਜ਼ ਕਈ ਵਾਰੀ ਬੜੇ ਨੋਮੀਨਲ ਅਤੇ ਬੜੇ ਨੋਰਮਲ ਜਿਹੇ ਕੇਸ ਹੁੰਦੇ ਆ ਮੈਮ, ਉਹ ਵੀ ਖਰਾਬ ਹੋ ਜਾਂਦੇ ਆ ਜਦੋਂ ਆਪਾਂ ਦੂਸਰੇ ਪ੍ਰੋਸੀਜਰਸ ਵੱਲ ਜਾਂਦੇ ਹਾਂ। ਤਾਂ ਮੇਰੀ ਸੁਜੈਸ਼ਨ ਇਹ ਹੈ ਕਿ ਫਸਟ ਆਫ ਆਲ ਜੇ ਕਿਸੇ ਨੂੰ ਕੋਈ ਪ੍ਰੋਬਲਮ ਹੈਗੀ ਹੈ, ਕਈ ਵਾਰੀ ਪ੍ਰੋਬਲਮ ਬੜੀ ਛੋਟੀ ਜਿਹੀ ਹੁੰਦੀ ਹੈ ਅਤੇ ਉਹਨੂੰ ਹਾਰਮੋਨਲ ਥੈਰੇਪੀ ਅਤੇ ਹੋਰ ਸਾਰੀਆਂ ਥੈਰੇਪੀਜ਼ ਦੇ ਕੇ ਉਹਨੂੰ ਇੰਨਾ ਕੁ ਖਰਾਬ ਕਰ ਦਿੱਤਾ ਜਾਂਦਾ ਹੈ ਕਿ ਵੀਕਨੈਸ ਆ ਜਾਂਦੀ ਹੈ, ਜਾਂ ਫਿਰ ਕਹਿ ਰਹੇ ਨੇ ਕਿ ਅਲਟੀਮੇਟਲੀ ਉਹਨਾਂ ਨੂੰ ਫਿਰ ਕਿਹਾ ਜਾਂਦਾ ਵੀ ਤੁਸੀਂ ਉੱਧਰ ਦੈਨ ਉਹ ਮਜਬੂਰ ਹੋ ਜਾਂਦਾ ਉੱਧਰ ਜਾਣ ਵਾਸਤੇ। ਤਾਂ ਇੰਨੇ ਪੈਸੇ ਲਾਉਣ ਤੋਂ ਬਾਅਦ, ਇੰਨਾ ਟਾਈਮ ਖਰਾਬ ਕਰਨ ਤੋਂ ਬਾਅਦ, ਇੰਨੇ ਇਮੋਸ਼ਨਲ ਪਲੇ ਕਰਨ ਤੋਂ ਬਾਅਦ ਵੀ ਉਹਨੂੰ ਜਦੋਂ ਕੁਛ ਨਹੀਂ ਮਿਲਦਾ ਤਾਂ ਮਤਲਬ ਆਈ ਥਿੰਕ ਦਿਸ ਇਜ਼ ਅ ਵੈਰੀ ਡਾਊਨਫਾਲ ਆਫ ਐਨੀ ਸਿਸਟਮ, ਠੀਕ ਹੈ ਨਾ। ਤਾਂ ਇਸ ਸਿਸਟਮ ਦੇ ਵਿੱਚ ਮੈਮ ਐਟਲੀਸਟ ਇਹ ਚੀਜ਼ ਨਹੀਂ ਹੈਗੀ। ਯੂ ਆਰ ਗੈਟਿੰਗ ਮੈਮ ਮੋਸਟਲੀ ਪੇਸ਼ੈਂਟਸ ਜਿਹੜੇ ਇੱਧਰ ਆਉਂਦੇ ਆ ਉਹਨਾਂ ਨੂੰ ਮੈਮ ਕੋਈ ਨਾ ਕੋਈ ਰਿਜ਼ਲਟ ਸੂਨਰ ਔਰ ਲੇਟਰ ਮਿਲ ਹੀ ਜਾਂਦਾ, ਠੀਕ ਹੈ ਜੀ। ਤਾਂ ਇੱਕ ਔਰ ਮੈਮ ਇਸ ਤੋਂ ਇਲਾਵਾ ਇਹ ਕੀ IVF ਦਿਸ ਇਜ਼ ਅ ਪ੍ਰੋਸੀਜਰ ਬੇਸਿਕਲੀ। ਮੈਮ ਸਾਡੇ ਕੋਲ ਜਿਹੜੀਆਂ ਟੂਲਸ ਹੈਗੀਆਂ ਜਿਨ੍ਹਾਂ ਤੋਂ ਅਸੀਂ ਡਾਇਗਨੋਸਿਸ ਕਰਦੇ ਹਾਂ ਉਹ ਬੜੀਆਂ ਸਿੰਪਲ ਹੈ। ਫॉर ਐਗਜ਼ਾਮਪਲ ਵੀ ਹੈਵ ਪਲਸ ਡਾਇਗਨੋਸਿਸ, ਵੀ ਹੈਵ ਟੈਂਪਰਾਮੈਂਟਲ ਡਾਇਗਨੋਸਿਸ। ਅਸੀਂ ਤਾਂ ਮੈਮ ਕਿਸੇ ਨੂੰ ਨੋਰਮਲ ਟੈਸਟ ਕਰਨ ਵਾਸਤੇ ਵੀ ਘੱਟ ਭੇਜਦੇ ਹਾਂ ਅਤੇ IVF ਤਾਂ ਦੂਰ ਦੀ ਗੱਲ ਹੈ, ਰਾਈਟ, ਠੀਕ ਹੈ ਮੈਮ। ਔਰ ਇਹ ਜਿਹੜਾ ਸਾਡਾ ਟੈਂਪਰਾਮੈਂਟਲ ਸਟੱਡੀ ਹੈ ਜਾਂ ਜਿਹੜੀ ਸਾਡੀ ਪਲਸ ਡਾਇਗਨੋਸਿਸ ਹੈ, ਜਿਹੜੀ ਸਾਨੂੰ ਮਤਲਬ ਸਾਡੀ ਪੈਥੀ ਯਾਨੀ ਕਿ ਰੈਬੀਸਨ ਫਾਰਮਾ ਜਿਹੜੀ ਹੈਗੀ ਹੈ, ਜਿਨ੍ਹਾਂ ਦੀਆਂ ਮੈਡੀਸਨਸ ਅਤੇ ਜਿਨ੍ਹਾਂ ਦਾ ਸਿਧਾਂਤ ਅਸੀਂ ਯੂਜ਼ ਕਰ ਰਹੇ ਹਾਂ, ਵਿਚ ਇਜ਼ ਵੈਰੀ ਕਲੋਜ਼ ਟੂ ਮਹਾਤਮਾ ਮੈਟੀ ਜੋ ਉਹਨਾਂ ਨੇ ਉਸ ਵੇਲੇ ਇਟਲੀ 'ਚ ਦਿੱਤਾ ਸੀਗਾ। ਤਾਂ ਵੀ ਆਰ ਵੈਰੀ ਹੈਪੀ ਵਿਦ ਦਿਸ ਐਂਡ ਵੀ ਪ੍ਰਾਊਡਲੀ ਸੇ ਦਿਸ ਕਿ ਅਸੀਂ ਤਾਂ ਟੈਸਟ ਵੀ ਮੈਮ ਕੁਆਂਟੀਟੇਟਿਵਲੀ ਕਰਾਉਣ ਵਾਸਤੇ ਭੇਜਦੇ ਹਾਂ। ਤੁਹਾਡੀ ਪਿੱਤੇ 'ਚ ਪੱਥਰੀ ਆ ਗਈ ਤਾਂ ਸਾਨੂੰ ਪਤਾ ਲੱਗ ਗਿਆ ਪਿੱਤੇ 'ਚ ਪੱਥਰੀ ਆ ਗਈ, ਹੁਣ ਉਹਦਾ ਸਾਈਜ਼ ਕਿੰਨਾ ਜੀ, ਤਾਂ ਉਹ ਸਾਈਜ਼ ਲੱਭਣ ਵਾਸਤੇ ਅਸੀਂ ਜ਼ਰੂਰ ਕਈ ਵਾਰੀ ਸਾਨੂੰ ਭੇਜਣਾ ਪੈਂਦਾ ਕਿ ਗੋਲ ਬਲੈਡਰ ਤੋਂ ਸਟੋਨ ਦਾ ਤੁਸੀਂ ਟੈਸਟ ਕਰਾ ਲਓ ਜਾਂ ਉਹਦਾ ਤੁਸੀਂ ਅਲਟਰਾਸਾਊਂਡ ਕਰਾ ਲਓ, ਅਦਰਵਾਈਜ਼ ਸਾਨੂੰ ਇਹਦੀ ਵੀ ਲੋੜ ਨਹੀਂ ਹੈਗੀ। we are actually matlab diagnosing the things by just putting these 2-3 fingers on your pulse itself, ਠੀਕ ਹੈ ਜੀ। ਟੈਂਪਰਾਮੈਂਟਲ ਸਟੱਡੀ ਸਾਡੇ ਅਸੀਂ ਲੋਕਾਂ ਦੇ ਜੋ ਨੋਰਮਲ ਮੈਮ ਲਾਈਕ ਪਰਸਨ, ਹਾਊ ਦ ਪਰਸਨ ਇਜ਼ ਵਾਕਿੰਗ, ਹਾਊ ਦ ਪਰਸਨ ਇਜ਼ ਬਿਹੇਵਿੰਗ, what is the structure of nose, what is the structure of eyes, ਮੈਮ ਇੱਥੋਂ ਹੀ ਅਸੀਂ ਕਾਫੀ ਕੁਝ ਜਾਣ ਲੈਂਦੇ ਹਾਂ ਵੀ ਇਹਨੂੰ ਕਿਹੜੀ ਡਿਜ਼ੀਜ਼ ਹੋ ਸਕਦੀ ਹੈ,
ਠੀਕ ਹੈ। ਮਤਲਬ ਵਿਅਕਤੀ ਨੂੰ ਦੇਖ ਕੇ ਪਤਾ ਚੱਲ Exactly, ਜਾਂਦਾ, ਉਹਦੇ ma'am. ਬਾਡੀ ਸਟਰਕਚਰ ਤੋਂ ਵੀ ਅੰਦਾਜ਼ਾ ਲਗਾਇਆ ਜਾ ਸਕਦਾ ਕਿ ਕਿਸੇ ਨਾ ਕਿਸੇ ਪ੍ਰੋਬਲਮ ਤੋਂ, ਕਿਸੇ ਨਾ ਕਿਸੇ ਬਿਮਾਰੀ ਤੋਂ ਗ੍ਰਸਤ ਹੈ ਉਹ। ਮੈਮ ਕਈ ਵਾਰੀ ਤਾਂ ਅਸੀਂ ਸ਼ੂਜ਼ ਨੂੰ ਪਿਛਲੇ ਪਾਸੋਂ ਦੇਖ ਕੇ ਦੱਸ ਦਿੰਦੇ ਹਾਂ ਕਿ ਕੀ ਬਿਮਾਰੀ ਹੋ ਸਕਦੀ ਹੈ ਜੀ। ਇੰਨੀ ਸਾਡੀ ਮਤਲਬ ਜਿਹੜੀ ਇਹ ਸ਼ਫਾ ਇੰਨੀ ਕੁ ਜ਼ਿਆਦਾ ਸਟਰੋਂਗ ਹੈ ਕਿ ਹਾਂ ਇਹ ਹੈ ਕਿ ਉਹਨੂੰ ਕਨਫਰਮੇਸ਼ਨ ਕਰਨ ਵਾਸਤੇ, ਉਹਨੂੰ ਕਨਫਰਮ ਕਰੀ ਜਾਂ ਉਹਦੀ ਕੁਆਂਟੀਟੇਟਿਵ ਆਪਾਂ ਫਿਗਰ ਲੈਣ ਵਾਸਤੇ ਆਪਾਂ ਨੂੰ ਟੈਸਟ ਕਰਵਾਉਣੇ ਪੈਂਦੇ ਆ। ਨੋ ਡਾਊਟ ਕਿ ਅਸੀਂ ਵੀ ਕਰਵਾਉਂਦੇ ਹਾਂ, ਜੀ। ਬਟ ਨਾਟ ਸੋ ਫਰੀਕੁਐਂਟਲੀ। ਤੇ IVF ਦਾ ਇੱਕ ਮਤਲਬ ਬੜਾ ਅਸੀਂ ਵੀ ਡੋਂਟ ਰਿਕਮੈਂਡ ਐਕਚੁਅਲੀ ਦਿਸ ਟਾਈਪ ਆਫ ਥਿੰਗਸ। ਸਾਡੇ ਆਪ ਦੀ ਪੈਥੀ ਦੇ ਵਿੱਚ ਹੀ ਇਹਦੇ ਵਾਸਤੇ ਬਹੁਤ ਕੁਛ ਹੈ। ਤੇ ਕਹਿ ਸਕਦੇ ਹਾਂ ਕਿ ਜਿਹੜੇ ਕਪਲਸ ਹੁਣ ਤੱਕ IVF ਦੇ ਜ਼ਰੀਏ ਆਪਣਾ ਇਲਾਜ ਕਰਵਾ ਰਹੇ ਨੇ, ਜੋ ਚਾਹੁੰਦੇ ਨੇ ਉਹ ਪਾਉਣਾ ਚਾਹ ਰਹੇ ਪਰ ਉਹਨਾਂ ਨੂੰ ਨਹੀਂ ਮਿਲ ਰਿਹਾ, ਤਾਂ ਉਹ ਵੀ ਇਸ ਆਪਰੇਸ਼ਨ ਦੇ ਚੱਕਰ ਤੋਂ ਹਟ ਕੇ ਜਾਂ ਕਹਿ ਲਈਏ ਕਿ IVF ਦੇ ਚੱਕਰਾਂ ਤੋਂ ਹਟ ਕੇ ਜੋ ਉਹਨਾਂ ਨੂੰ ਮੈਂਟਲੀ ਵੀ ਪ੍ਰੈਸ਼ਰ ਹੁੰਦਾ, ਉਹਨਾਂ ਨੂੰ ਮੈਂਟਲੀ ਵੀ ਦਿੱਕਤ ਹੋ ਰਹੀ ਹੈ ਜਾਂ ਕਹਿ ਲਈਏ ਉਹਨਾਂ ਦਾ ਫਾਈਨੈਂਸ਼ਲੀ ਵੀ ਨੁਕਸਾਨ ਹੋ ਰਿਹਾ, ਉਹ ਵੀ ਇਸ ਇਲੈਕਟ੍ਰੋ ਹੋਮਿਓਥੈਰੇਪੀ ਦਾ ਇਸਤੇਮਾਲ ਕਰ ਸਕਦੇ ਨੇ ਤੇ ਉਹ ਵੀ ਇਸ ਦੇ ਇਸਤੇਮਾਲ ਤੋਂ ਆਪਣਾ ਜੋ ਚਾਹੁੰਦੇ ਨੇ ਉਹ ਪਾ ਸਕਦੇ ਨੇ। ਤੇ ਡਾਕਟਰ ਸਾਹਿਬ ਹੁਣ ਜੇ ਮੈਂ ਗੱਲ ਕਰਾਂ, ਜੋ ਤੁਸੀਂ ਇਟਲੀ ਦਾ ਵੀ ਜ਼ਿਕਰ ਕੀਤਾ, ਤਾਂ ਮੈਂ ਤੁਹਾਨੂੰ ਪੁੱਛਣਾ ਚਾਹੂੰਗੀ ਕਿ ਇਹ ਜੋ ਆਪਣਾ ਤੁਹਾਡਾ ਇਲੈਕਟ੍ਰੋ ਹੋਮਿਓਥੈਰੇਪੀ ਹੈ, ਇਹ ਹੁਣ ਤਾਂ ਇੰਡੀਆ ਦੇ ਵਿੱਚ, ਪੰਜਾਬ ਦੇ ਵਿੱਚ ਤੁਹਾਡਾ ਚੱਲ ਰਿਹਾ, ਤੇ ਇਹ ਕਿਹੜੀ ਕੰਟਰੀ ਦੇ ਵਿੱਚ ਇਸ ਦਾ ਕਹਿ ਲਈ ਕਿ ਪ੍ਰੋਸੈਸ ਹੋਰ ਚੱਲ ਰਿਹਾ, ਤੇ ਕਿਹੜੀ ਕੰਟਰੀ ਦੇ ਵਿੱਚ ਤੁਸੀਂ ਹੋਰ ਇਸ ਨੂੰ ਲੈ ਕੇ ਆ ਰਹੇ ਹੋ? ਮੈਂ ਦੱਸਣਾ ਚਾਹਾਂਗਾ ਕਿ ਇੰਡੀਆ, ਪੰਜਾਬ ਇਕੱਲਾ ਹੀ ਨਹੀਂ, ਬਹੁਤ ਸਾਰੀਆਂ ਕਿ ਲਗਭਗ ਸਾਰੀਆਂ ਸਟੇਟਸ ਵਿੱਚ ਇਹ ਬੜੀ ਪ੍ਰਚਲਿਤ ਹੈ। ਮੋਰ ਦੈਨ 14,000 ਜਿਹੜੇ ਡਾਕਟਰਸ ਹੈਗੇ ਆ ਉਹ ਤਾਂ ਇਕੱਲੀ ਇੱਕ ਫਾਰਮਾ ਨਾਲ ਹੀ ਜੁੜੇ ਹੋਏ ਆ। ਇਸ ਤੋਂ ਇਲਾਵਾ ਮੈਮ ਜੇ ਆਪਾਂ ਇੰਡੀਆ ਤੋਂ ਬਾਹਰ ਦੀ ਗੱਲ ਕਰੀਏ ਤਾਂ ਆਪਣਾ ਬੜਾ ਨੇਬਰਿੰਗ ਕੰਟਰੀ ਪਾਕਿਸਤਾਨ, ਦੈਨ ਇਟਲੀ, ਜਰਮਨ, ਇਹ ਸਾਰੀਆਂ ਤਾਂ ਹੈ ਹੀ ਹੈ। ਇਸ ਤੋਂ ਇਲਾਵਾ ਸ਼ਿਕਾਗੋ, ਈਵਨ USA ਇਜ਼ ਨਾਓ ਇਨ ਬੀਇੰਗ ਇਨਵੋਲਵਡ। ਤਾਂ ਕਾਫੀ ਕੰਟਰੀਜ਼ ਦੇ ਵਿੱਚ ਇਹਦਾ ਪ੍ਰਚਲਨ ਸ਼ੁਰੂ ਹੋ ਚੁੱਕਿਆ ਹੈ ਔਰ ਕਾਫੀ ਲੋਕ ਇਹਦਾ ਫਾਇਦਾ ਉੱਥੇ ਉਠਾ ਰਹੇ ਆ। ਜੀ। ਤੇ ਜਿਸ ਤਰ੍ਹਾਂ ਡਾਕਟਰ ਸਾਹਿਬ ਨੇ ਦੱਸਿਆ ਕਿ ਵਰਲਡ ਦੇ ਵਿੱਚ ਕਈ ਕੰਟਰੀਜ਼ ਦੇ ਵਿੱਚ ਹੁਣ ਇਲੈਕਟ੍ਰੋ ਹੋਮਿਓਪੈਥੀ ਦਾ ਨਾਲ ਇਲਾਜ ਸ਼ੁਰੂ ਹੋ ਚੁੱਕਿਆ, ਤੇ ਫਿਲਹਾਲ ਅਸੀਂ ਹੈਗੇ ਹਾਂ ਫਰੀਦਕੋਟ ਦੇ ਵਿੱਚ ਤੇ ਲਾਸਟ ਲੀਫ ਕੇਅਰ ਸੈਂਟਰ ਦੇ ਵਿੱਚ, ਜਿੱਥੇ ਦੱਸਿਆ ਗਿਆ ਕਿ ਕਿਵੇਂ ਲੋਕ ਹੁਣ ਇਲੈਕਟ੍ਰੋ ਹੋਮਿਓਥੈਰੇਪੀ ਦੇ ਨਾਲ ਇਲਾਜ ਕਰਵਾ ਸਕਦੇ ਨੇ ਤੇ ਇਸ ਦਾ ਫਾਇਦਾ ਲੈ ਸਕਦੇ ਨੇ। ਤਾਂ ਹੁਣ ਜਾਂਦੇ ਆਪਣੇ ਦਰਸ਼ਕਾਂ ਨੂੰ ਅਸੀਂ ਡਾਕਟਰ ਸਾਹਿਬ ਤੋਂ ਪੁੱਛਦੇ ਹਾਂ ਕਿ ਸਾਡੇ ਦਰਸ਼ਕਾਂ ਲਈ ਡਾਕਟਰ ਸਾਹਿਬ ਤੁਸੀਂ ਕੀ ਸੁਨੇਹਾ ਦੇਣਾ ਚਾਹੋਗੇ ਕਿ ਆਪਣੀ ਸਿਹਤ ਦਾ ਕਿੱਦਾਂ ਖਿਆਲ ਰੱਖਣ, ਤੇ ਤੁਸੀਂ ਆਪਣਾ ਜਿਹੜੇ ਤੁਹਾਡੇ ਇਲੈਕਟ੍ਰੋ ਹੋਮਿਓਥੈਰੇਪੀ ਹੈ ਉਹਦੇ ਵਾਸਤੇ ਆਪਣੇ ਦਰਸ਼ਕਾਂ ਦੇ ਲਈ ਕੀ ਸੁਨੇਹਾ ਦਿਓਗੇ? ਮੈਮ ਇਹਦੇ ਬਾਰੇ ਮੈਂ ਇਹ ਕਹਿਣਾ ਚਾਹੂੰਗਾ, ਦੇਖੋ ਭੱਜ ਦੌੜ ਦੀ ਲਾਈਫ ਹੈਗੀ ਹੈ, ਠੀਕ ਹੈ। ਹਰ ਬੰਦੇ ਕੋਲ ਬਾਕੀ ਸਾਰਾ ਕੁਛ ਹੈ, ਟਾਈਮ ਨਹੀਂ ਹੈਗਾ, ਠੀਕ ਹੈ। ਔਰ ਇਸ ਦੇ ਚੱਲਦੇ ਬਹੁਤ ਸਾਰੀਆਂ ਚੀਜ਼ਾਂ ਆਪਦੇ ਸਿਹਤ ਪੱਖੋਂ ਇਗਨੋਰ ਕਰ ਦਿੰਦਾ ਬੰਦਾ। ਲਾਈਫ ਸਟਾਈਲ ਕੁਛ ਇਹੋ ਜਿਹਾ ਹੈਗਾ, ਆਪਾਂ ਨੂੰ ਸਾਰਾ ਕੁਛ ਕਰਨਾ ਪੈਂਦਾ, ਸੁੱਖਣਾ ਪਾਰਟੀਜ਼ ਵੀ ਅਟੈਂਡ ਕਰਨੀਆਂ ਪੈਂਦੀਆਂ, ਸੋਸ਼ਲ ਸਰਕਲ ਹੈਗੇ ਆ ਬੰਦੇ ਦੇ, ਠੀਕ ਹੈ। ਹਾਂ, ਪਰ ਇਹਦੇ ਨਾਲ ਜੇ ਤੁਸੀਂ ਆਪਦਾ ਨਾਲ ਸਿਹਤ ਦਾ ਖਿਆਲ ਰੱਖਦੇ ਰਹੋ, ਨਾਲ ਥੋੜ੍ਹੀ ਜਿਹੀ ਐਕਸਰਸਾਈਜ਼, ਨਾਲ ਥੋੜ੍ਹੀ ਜਿਹੀ ਵਾਕ, ਨਾਲ ਥੋੜ੍ਹੇ ਜਿਹੇ ਤੁਹਾਡੇ ਜਿਹੜੇ ਨੋਰਮਲ ਸ਼ੈਡਿਊਲਸ ਤੋਂ ਹਟ ਕੇ ਇਹ ਚੀਜ਼ਾਂ ਨਾਲ ਹੁੰਦੀਆਂ ਰਹਿਣ, ਪਲੱਸ ਰੱਬ ਨਾ ਕਰੇ ਜਦੋਂ ਤੁਹਾਨੂੰ ਕੋਈ ਡਿਜ਼ੀਜ਼ ਜਾਂ ਕੋਈ ਬਿਮਾਰੀ ਘੇਰਦੀ ਹੈ ਤਾਂ ਤੁਸੀਂ ਉਹਦਾ ਹੈਲਦੀਲੀ ਇਲਾਜ ਕਰਾਇਆ ਜਾਵੇ। ਹੈਲਦੀਲੀ ਤੋਂ ਮੇਰੀ ਮੁਰਾਦ ਹੈਗੀ ਹੈ ਵੀ ਉਹੋ ਜਿਹੀਆਂ ਮੈਡੀਸਨਸ ਜਾਂ ਉਹੋ ਜਿਹੇ ਥੈਰੇਪੀਜ਼ ਯੂਜ਼ ਕੀਤੀਆਂ ਜਿਨ੍ਹਾਂ ਦਾ ਸਾਈਡ ਇਫੈਕਟ ਨਹੀਂ ਹੈਗਾ, ਕਿਉਂਕਿ ਜਨਰਲੀ ਇੰਝ ਹੁੰਦਾ ਉਹ ਸਾਈਡ ਇਫੈਕਟ ਨੂੰ ਦੂਰ ਕਰਨ ਵਾਸਤੇ ਆਪਾਂ ਨੂੰ ਫਿਰ ਹੋਰ ਮੈਡੀਸਨ ਲੈਣੀ ਪੈਂਦੀ ਹੈ ਔਰ ਉਹਦਾ ਸਾਈਡ ਇਫੈਕਟ ਫਿਰ ਆਪਾਂ ਹੋਰ ਮੈਡੀਸਨ ਨਾਲ ਦੂਰ ਕਰਦੇ ਹਾਂ, ਜਿਹੜਾ ਕਿ ਮੈਂ ਸਮਝਦਾ ਕਿ ਦਿਸ ਇਜ਼ ਅ ਵਿਸ਼ੀਅਸ ਸਾਈਕਲ ਔਰ ਇਸ ਸਾਈਕਲ ਨੂੰ ਆਪਾਂ ਨੂੰ ਤੋੜ ਦੇਣਾ ਚਾਹੀਦਾ। ਸੋ ਗੋ ਫॉर ਹੈਲਦੀ ਟ੍ਰੀਟਮੈਂਟਸ, ਗੋ ਫॉर ਹੈਲਦੀ ਮੈਡੀਸਨਸ, ਕਸਰਤ ਕਰੋ, ਵਿਆयाम ਕਰੋ, ਖੁਸ਼ ਰਹੋ। ਸਭ ਤੋਂ ਵੱਡੀ ਗੱਲ ਹੈ ਕਿ ਹੈਪੀਨੈਸ ਅਲਟੀਮੇਟ ਏਮ ਆਫ ਐਨੀਬਡੀ ਇਨ ਦਿਸ ਵਰਲਡ। ਜੋ ਵੀ ਆਪਾਂ ਕਰਦੇ ਹਾਂ ਉਹਦਾ ਏਮ ਇਹੀ ਹੈ ਕਿ ਉਹਨੇ ਖੁਸ਼ ਰਹਿਣਾ, ਅਤੇ ਖੁਸ਼ ਆਪਾਂ ਰਵਾਂਗੇ ਤਾਂ ਆਪਣੇ ਵਾਸਤੇ ਆਪਣੇ ਆਪ ਹੀ ਇੱਕ ਹੈਲਥ ਨੂੰ ਇਨਵੀਟੇਸ਼ਨ ਹੋਏਗਾ। ਜੀ। ਤਾਂ ਇਹ ਸਨ ਸਾਡੇ ਨਾਲ ਡਾਕਟਰ ਸੰਜੀਵ ਜਨੇਜਾ ਜੀ, ਜਿਨ੍ਹਾਂ ਨੇ ਅੱਜ ਸਾਰੇ ਹੀ ਦਰਸ਼ਕਾਂ ਨੂੰ ਦੱਸਿਆ ਕਿ ਕਿਵੇਂ ਆਪਣੀ ਬਿਮਾਰੀ ਦਾ ਇਲਾਜ ਕਰਵਾ ਸਕਦੇ ਨੇ ਤੇ ਇਲੈਕਟ੍ਰੋ ਹੋਮਿਓਥੈਰੇਪੀ ਦੇ ਨਾਲ ਹੁਣ ਆਪਣੀ ਜ਼ਿੰਦਗੀ ਦੇ ਵਿੱਚ ਖੁਸ਼ਹਾਲੀ ਵੀ ਲਿਆ ਸਕਦੇ ਨੇ, ਜਿਹੜੀਆਂ ਦਿੱਕਤਾਂ ਪਰੇਸ਼ਾਨੀਆਂ ਨੇ ਉਹਨਾਂ ਨੂੰ ਦੂਰ ਕਰ ਸਕਦੇ ਨੇ। ਤੇ ਇਸੇ ਤਰ੍ਹਾਂ ਅਸੀਂ ਹੋਰ ਵੀ ਤੁਹਾਡੇ ਸਾਹਮਣੇ ਕਿਸੇ ਨਾ ਕਿਸੇ ਮਾਹਰ ਨੂੰ ਲੈ ਕੇ ਆਵਾਂਗੇ ਜੋ ਤੁਹਾਡੀਆਂ ਸਮੱਸਿਆਵਾਂ ਦਾ ਹੱਲ ਕਰ ਸਕਣਗੇ ਅਤੇ ਤੁਹਾਡੇ ਜੀਵਨ ਨੂੰ ਖੁਸ਼ਹਾਲ ਬਣਾਉਣ ਦੇ ਵਿੱਚ ਮਦਦ ਕਰਨਗੇ। ਤਾਂ ਫਿਲਹਾਲ ਮੈਨੂੰ ਜਗਰੂਪ ਕੌਰ ਨੂੰ ਦਿਓ ਇਜਾਜ਼ਤ, ਫਿਰ ਕਿਸੇ ਹੋਰ ਸ਼ਖਸੀਅਤ ਦੇ ਨਾਲ ਤੁਹਾਨੂੰ ਮਿਲਾਂਗੇ। ਤਦ ਤੱਕ ਲਈ ਮੈਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।
ਗਲੋਬਲ ਪੰਜਾਬ ਤੇ ਕਿਸੇ ਵੀ ਤਰ੍ਹਾਂ ਦੀ ਨਿਊਜ਼, ਇਵੈਂਟ ਕਵਰੇਜ ਜਾਂ ਐਡਵਰਟਾਈਜ਼ਮੈਂਟ ਲਈ ਸੰਪਰਕ ਕਰੋ। ਗਿੱਲ ਪ੍ਰਦੀਪ 6465206706 ਈਮੇਲ gillpradeep11@yahoo.in